ਸਾਡਾ ਹੀ ਫਰਜ਼ ਬਣਦਾ ਵੀ ਅਸੀਂ ਤੁਹਾਡੇ ਨਾਲ ਖੜੀਏ। ਹੁਣ ਤੁਹਾਡੇ ਇਲਾਕੇ ਦੀ ਜੋ ਵੀ ਹੋਊਗੀ ਸਾਨੂੰ ਹੁਕਮ ਕਰੋਗੇ, ਅਸੀਂ ਤਾਂ ਤੁਹਾਡੇ ਨਾਲ ਜੋ ਕਹੋਗੇ ਹਿੰਮਤ ਤੁਸੀਂ ਕਰਨੀ ਹੈ, ਇਕੱਠੇ ਹੋ ਕੇ ਚੱਲਣਾ। ਸਾਨੂੰ ਤਾਂ ਜਿੱਥੇ ਕਹੋਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਦਿਨ ਰਾਤ, ਜਦ ਤੱਕ ਜਿਹੜਾ ਤੁਸੀਂ ਹੁਕਮ ਲਾਓਗੇ ਫੈਸਲਾ ਤੁਸੀਂ ਕਰਨਾ। ਜਿਹੜਾ ਬਾਈ ਨੇ ਦੱਸਿਆ ਉੱਥੇ ਵੀ ਫੈਸਲਾ ਕਰੋ ਪਹਿਲਾਂ ਵੀ ਆਪਾਂ ਨੇ ਮੁਆਵਜ਼ਾ ਲੈਣਾ ਕੋ ਲੈਣਾ। ਬਾਕੀ ਸਾਰੇ ਤਕਰੀਬਨ ਆਪਣੇ ਇਲਾਕੇ ਜੋ ਬੰਦੇ ਆਏ ਗਏ ਪਾਰਟੀਆਂ ਕੋਈ ਵੀ ਨਹੀਂ, ਕੋਈ ਕਹਿੰਦੇ ਕਿਸਾਨ ਯੂਨੀਅਨ ਵਾਲਾ ਕੋਈ ਨਹੀਂ ਕਹਿੰਦਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਏ। ਆਪਾਂ ਸਾਰੇ ਹੋ ਜਾਏ ਇਕੱਠੇ। ਹੁਣ ਹਿੰਮਤ ਤੁਸੀਂ ਕਰਨੀ ਹੈ। ਇੱਕ ਆਪਾਂ ਨੇ ਵਾਅਦਾ ਕਰਕੇ ਜਾਣਾ ਵੀ ਅਗਰ ਇਹਨਾਂ ਦਾ ਉਹ ਕਰਨਾ ਤਾਂ ਸਾਥ ਛੱਡਣਾ ਨਹੀਂ ਹੈ, ਕਿਉਂਕਿ ਉੱਥੋਂ ਹੀ ਮੁਹਿੰਮ ਸ਼ੁਰੂ ਹੋ ਕੇ ਮੁਹਿੰਮ ਤਾਂ ਆਪਣੀ ਹੋਈ ਵੀ ਹੋਇਆ। ਹੁਣ ਜੇ ਨਹੀਂ ਹੋਣਗੇ 24-25 ਨੂੰ ਜੀਰੀ ਲਾਣੀ ਪਊਗੀ। ਜੇ ਹੁਣ ਤੇ ਰੌਲਾ ਪਾਉਂਗੇ ਮਾੜਾ ਮੋਟਾ ਇਸ ਬਹਾਨੇ ਤੋਂ ਚੱਲ ਕੇ ਵੀ ਆਪਾਂ ਆਪਣਾ ਮਸਲਾ ਹੱਲ ਕਰ ਸਕਦੇ ਹਾਂ। ਤੋ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਆਪਣੇ ਵਿਚਾਰ ਦੱਸੋ। ਅਸੀਂ ਤਾਂ ਪਹਿਲਾਂ ਵੀ ਕਹਿਤਾ, ਪ੍ਰਧਾਨ ਜੀ ਵੀ ਆ ਰਹੇ ਹਾਂ, ਅਸੀਂ ਤਾਂ ਹਰ ਟਾਈਮ ਕਿਸਾਨ ਯੂਨੀਅਨ ਸਿੱਧੂਪੁਰ ਜੋ ਹੁਕਮ ਕਰੇਗੀ ਅਸੀਂ ਤੁਹਾਡੇ ਨਾਲ। ਅੱਜ ਆਪਾਂ ਜਿਹੜਾ ਇੱਕ ਗੰਭੀਰ ਮਸਲਾ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ, ਸਾਰਿਆਂ ਨੂੰ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅਸੀਂ ਜਿੱਦਾਂ ਕੱਲ੍ਹ ਪਤਾ ਲੱਗਿਆ ਸਾਨੂੰ ਰਾਜਪੁਰੇ ਵੀ ਕੱਲ੍ਹ ਇਹਨਾਂ ਸਰਦਾਰ ਜੀ ਦੇ ਦਫ਼ਤਰ ਦੇ ਵਿੱਚ ਜਾ ਕੇ ਆਏ ਹਾਂ। ਉੱਥੇ ਵਿਚਾਰ ਹੋਈ ਵੀ ਆਪਾਂ ਇੱਕ ਇਕੱਠ ਕਰੀਏ। ਚੰਗੀ ਸਾਡੇ ਸਿਆਣੇ ਲੀਡਰ ਨੇ, ਇਹਨਾਂ ਨੇ ਹਿੰਮਤ ਕਰਕੇ ਜਿਹੜਾ ਕੱਲ੍ਹ ਅਨਾਊਂਸਮੈਂਟ ਵੀ ਕਰਾਈ ਹੈ ਵੀ ਸਾਡੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਬੇਨਤੀ ਹੈ ਜੋ ਵੀ ਤੁਸੀਂ ਸੰਘਰਸ਼ ਸਾਡੀ ਕੁੱਲ ਹਿੰਦ ਕਿਸਾਨ ਸਭਾ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਨਾਲ ਖੜੇਗੀ। ਪਰ ਇੱਕ ਸਾਡੀ ਬੇਨਤੀ ਹੈ ਵੀ ਇੱਕ ਕਮੇਟੀ ਜਿਹੜੇ ਨੇ ਟਾਵਰ ਖੇਤਾਂ 'ਚ ਆਹ ਤਾਰਾਂ ਲੰਘਣੀਆਂ ਉਹਨਾਂ ਦੀ ਇੱਕ ਕਮੇਟੀ ਬਣਾਈ ਹੈ। ਉਹਨਾਂ ਨੂੰ ਗੈਰ ਲੈ ਕੇ ਉਹਨਾਂ ਦੇ ਵਿਸ਼ਵਾਸ ਦੇ ਵਿੱਚ ਜਿਹੜਾ ਫੈਸਲਾ ਕੀਤਾ ਜਾਏ। ਆਉਣ ਵਾਲੀ ਜਿਹੜੀ ਸਮੱਸਿਆ ਵੀ ਆਪਣੇ ਬਹੁਤ ਗੰਭੀਰ ਹੈ ਵੀ ਆਪਾਂ ਇੱਕ ਮੋਰਚਾ ਜਿਹੜਾ ਬਹੁਤ ਦੇਰ ਬਾਅਦ ਆਪਣਾ ਕਿਸਾਨੀ ਜਿਹੜੀ ਇਕੱਠੀ ਹੋਈ ਸੀ, ਪਰ ਇੱਕ ਸਾਨੂੰ ਦੁੱਖ ਦੇ ਨਾਲ ਵੀ ਕਹਿਣਾ ਵਾ ਅਸੀਂ ਭੁੱਲ ਗਏ ਆ ਕੇ ਜਿੱਤ ਕੇ ਆਰਾਮ ਦੇ ਨਾਲ ਵੀ ਸਰਕਾਰ ਸੋ ਗਈ। ਸਰਕਾਰ ਨਹੀਂ ਸੋਈ, ਆਪਾਂ ਸੁੱਤੇ ਪੈ ਗਏ। ਆ ਮੇਰੀ ਬੇਨਤੀ ਹੈ ਲੀਡਰਾਂ ਨੂੰ ਖਾਸ ਕਰਕੇ ਪਿੰਡਾਂ ਦੇ ਵਿੱਚ ਆਪਣੇ ਕੋਲ ਮੌਕਾ ਸੀ। ਜਿੱਦਾਂ ਹੁਣ ਵੀਰ ਨੇ ਦੱਸਿਆ ਇਹ ਸਾਡਾ ਕਸੂਰ ਹੈ, ਨਾ ਲੋਕਾਂ ਦਾ ਕਿਸਾਨਾਂ ਦਾ ਕਸੂਰ ਨਹੀਂ। ਅਸੀਂ ਜਗਾ ਨਹੀਂ ਸਕੇ ਵੀ ਸਰਕਾਰ ਬਾਹਰ ਕਰਨੇ ਨੂੰ ਬੈਠੀ ਹੈ। ਅਸੀਂ ਭੁੱਲ ਗਏ ਵੀ ਸ਼ਾਇਦ ਮੋਰਚਾ ਜਿੱਤ ਗਏ ਵੀ ਸਰਕਾਰ ਹੱਥ ਨਹੀਂ ਪਾਵੇ। ਸਰਕਾਰ ਤਾਂ ਬੈਠੀ ਹੈ ਤਿਆਰ। ਮੇਰੀ ਬੇਨਤੀ ਹੈ ਪਿੰਡਾਂ ਦੇ ਵਿੱਚ ਜਿਹੜੀ ਜਥੇਬੰਦੀ ਚੰਗੀ ਲੱਗਦੀ ਹੈ ਉਹਦੇ ਬੱਚੇ ਕਿਸਾਨਾਂ ਨੂੰ ਵੀ ਮੇਰੀ ਬੇਨਤੀ ਹੈ ਜਥੇਬੰਦ ਆਪਾਂ ਹੈ ਨਹੀਂ, ਕੱਲੇ ਛਿੱਲ ਤਰਵਾ ਰਹੇ ਹਾਂ। ਮੇਰੀ ਬੇਨਤੀ ਹੈ ਵੀ ਆਪਾਂ ਜਥੇਬੰਦ ਹੋਈਏ ਔਰ ਇਹਨੂੰ ਮੋਰਚੇ ਨੂੰ ਜਿੱਤੀਏ। ਜਿੱਦਾਂ ਵੀ ਫੈਸਲਾ ਹੋਏਗਾ, ਜਿੱਦਾਂ ਵੀ ਸੰਗਤਾਂ ਫੈਸਲਾ ਕਰੀ, ਸਾਡੀ ਕੁੱਲ ਕਿਸਾਨ ਸਭਾ ਤੁਹਾਡੇ ਨਾਲ ਡਟ ਕੇ ਖੜੇਗੀ। ਜੋ ਕਿ ਆਪਾਂ ਦੇਖ ਹੀ ਰਹੇ ਹਾਂ ਸਰਕਾਰ ਸਿੱਧੇ ਰੂਪ ਵਿੱਚ ਆਪਾਂ ਨੂੰ ਮਾਰ ਨਹੀਂ ਸਕਦੀ, ਸਿੱਧੇ ਰੂਪ 'ਚ ਚੱਲ ਪਈ। ਹੁਣ 3 ਕਾਨੂੰਨ ਆਪਾਂ ਨੇ ਵਾਪਸ ਕਰਾਏ। ਉਹ ਤੋਂ ਬਾਅਦ ਤੁਸੀਂ ਦੇਖੋ ਉਰੇ ਆ ਕੇ ਆਪਣੇ ਕਿਸਾਨ ਆਪਣੇ ਆਪ ਨੂੰ ਸੁਨਾਪ ਕਰਾਉਣ ਲੱਗੇ। ਉੱਥੇ ਸੈਲੋਂ ਜਾ ਕੇ ਖੜ ਗਏ। ਇਹ ਆਪਣੀ ਕਮੀ ਹੈ। ਅੱਛਾ ਰਹੀ ਗੱਲ ਹੁਣ ਇਸ ਮੋਰਚੇ ਦੀ ਜਿਹੜਾ ਹੁਣ ਇਹ ਨਵਾਂ ਸ਼ੁਰੂ ਹੋ ਰਿਹਾ, ਆਪਾਂ ਨੇ ਨਵਾਂ ਸੰਘਰਸ਼ ਹੈ, ਬਹੁਤ ਗੰਭੀਰ ਹੈ। ਇਹ ਵੀ ਸਫਲ ਤਾਂ ਇਹ ਹੋਊਗਾ ਜੇ ਆਪਾਂ ਇੱਕਾ ਰੱਖਾਂਗੇ। ਇੱਕੇ ਬਿਨਾ ਕੋਈ ਕੰਮ ਨਹੀਂ ਚੱਲਦਾ। ਇੱਕੇ ਬਿਨਾ ਕੋਈ ਯੂਨੀਅਨ ਨਹੀਂ ਚੱਲਦੀ, ਕੋਈ ਸਰਕਾਰ ਨਹੀਂ ਚੱਲਦੀ। ਕਿਉਂਕਿ ਕਿਸਾਨ ਨੂੰ ਤਾਂ ਹਰੇਕ ਪਾਸੇ ਲੁੱਟਿਆ ਜਾ ਰਿਹਾ, ਕੁੱਟਿਆ ਜਾ ਰਿਹਾ। ਇਹ ਭੋਲਾ ਕਿਸਾਨ ਹੈ, ਕਦੇ ਇਹਨੂੰ ਕਹਿੰਦੇ ਵੀ ਇਹਨੇ ਪਾਣੀ ਖਤਮ ਕਰਤਿਆ, ਕਦੇ ਇਹਨੂੰ ਕਹਿੰਦੇ ਇਹਨੇ ਪ੍ਰਦੂਸ਼ਣ ਕਰਤਿਆ। ਪਰ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਪਾਣੀ ਜਾਂ ਆਪਾਂ ਸਿਸਟਮ ਦੇਖਿਆ ਜਾਵੇ ਸਾਰਾ ਸਰਕਾਰ ਜਾਂ ਫੈਕਟਰੀਆਂ ਹੀ ਖਰਚ ਕਰਦੀਆਂ। ਕਿਸਾਨ ਤਾਂ 1 ਮਹੀਨਾ ਪਾਣੀ ਕੱਢਦਾ, ਫੈਕਟਰੀਆਂ 12 ਮਹੀਨੇ 30 ਦਿਨ ਪਾਣੀ ਕੱਢਦੀਆਂ ਨੇ। 2-2000 ਫੁੱਟ ਤੋਂ ਪਾਣੀ ਆਉਂਦਾ। ਇਹ ਆਪਾਂ ਨੂੰ ਸਿੱਧੀ ਤੌਰ ਤੇ ਮਾਰ ਪੈ ਰਹੀ ਹੈ। ਪਰ ਸਭ ਤੋਂ ਬੜੀ ਆਪਣੇ 'ਚ ਕਮੀ ਹੈ, ਆਪਾਂ ਸਿਆਸੀ ਪਾਰਟੀਆਂ ਨਹੀਂ ਬਹੁਤ ਛੇਤੀ ਭੱਜਦੇ ਹਾਂ। ਆਪਾਂ ਕਿਸਾਨ ਜਥੇਬੰਦੀਆਂ ਦਾ ਉਨੀ ਛੇਤੀ ਵਿਸ਼ਵਾਸ ਚੱਕ ਲਿਆ। ਕਮਾਲ ਦੀ ਗੱਲ ਤਾਂ ਇਹ ਹੈ। ਸੋ ਜਿਹੜਾ ਇਹ ਆਪਣੇ ਹੁਣ ਲਾਈਨਾਂ ਵਾਲਾ ਮਸਲਾ ਆਇਆ, ਇਹ ਵੀ ਜਦ ਤੱਕ ਆਪਾਂ ਇਕੱਠੇ ਨਹੀਂ ਹੁੰਦੇ, ਇੱਕਾ ਬਣਾ ਕੇ ਨਹੀਂ ਚੱਲਦੇ, ਕੱਲ ਨੂੰ ਇਹ ਨਾ ਹੋਵੇ ਵੀ ਇੱਕ ਪਿੰਡ ਤੋਂ ਆਵਾਜ਼ ਮਾਰੀਏ ਵੀ 2-3 ਰਹਿ ਜਾਣ ਵਾਸਤੇ ਦੁਬਾਰਾ ਫਿਰ ਉੱਥੇ ਜਥੇਬੰਦੀਆਂ ਵਾਲੇ ਖੜੇ ਨੇ। ਸੋ ਇਹ ਫੈਸਲਾ ਕਰਨਾ ਕਰਕੇ ਜਾਇਓ ਵੀ ਅਸੀਂ ਕਿੱਧਰਲੇ ਪਾਸੇ ਨੂੰ ਜਾਣਾ ਹੈ। ਕਿਉਂਕਿ ਜਿੱਤਾਂਗੇ ਤਾਂ ਜੇ ਇਕੱਠੇ ਰਹਾਂਗੇ, ਇਕੱਠੇ ਹੋ ਕੇ ਅੰਬਲਾ ਮਾਰਾਂਗੇ। ਫੈਸਲਾ ਇੱਕ ਹੋਊਗਾ, ਅੱਗੋਂ ਦੇ ਵਿਸ਼ਵਾਸ ਹੋਊਗਾ, ਇਕੱਠੇ ਹੋ ਕੇ ਤੁਰਾਂਗੇ। ਸੋ ਇੰਨੀ ਕੁ ਬੇਨਤੀ ਹੈ ਵੀ ਜਿਹੜਾ ਵੀ ਫੈਸਲਾ ਉਹ ਡਟ ਕੇ ਲਿਓ। ਤੇ ਕਿਸਾਨ ਵੀਰ ਇਹ ਚੀਜ਼ ਦਾ ਵੀ ਐਂ ਕਰਕੇ ਜਾਇਓ ਵੀ ਪਿੰਡ ਵਾਲੇ ਵੀ ਨਾਲ ਲੈ ਕੇ ਤੁਰੋਗੇ। ਕੱਲ ਨੂੰ ਇਹ ਨਾ ਹੋਵੇ ਇੱਥੇ 200-400 ਬੰਦਾ ਹੀ ਖੜਾ ਰਹੇ ਜੇ। ਇਹ ਕੋਈ ਛੋਟਾ ਕੰਮ ਨਹੀਂ ਹੈਗਾ। ਇਹ ਵੀ ਬਹੁਤ ਬੜਾ ਮੋਰਚਾ ਹੈ। ਜਿੱਤਿਆ ਵੀ ਤਾਂ ਜਾਊਗਾ ਜੇ ਆਪਣਾ ਇੱਕ ਹੋਊਗਾ। ਆਪਾਂ ਨੂੰ ਸਾਰਿਆਂ ਨੂੰ 2 ਦਿਨਾਂ ਤੋਂ ਪਤਾ ਲੱਗਿਆ। ਸਾਨੂੰ ਰਾਤ ਮੈਸੇਜ ਲੱਗਿਆ ਸਰਦਾਰ ਰਣਜੀਤ ਸਿੰਘ ਲੋਹ ਸਿੰਬਲੀ ਤੋਂ
ਸਾਡੇ ਜਥੇਬੰਦੀ ਹਾਜ਼ਰ ਹੈ। ਪਾਵਨ ਜੀ ਇੱਥੇ ਪਹਿਲਾਂ ਵੀ ਆਉਂਦੇ ਰਹੇ, ਮੈਸੇਜ ਸਾਨੂੰ ਜਾਂਦੇ ਰਹੇ, ਪਰ ਸਾਡੀ ਪ੍ਰੋਬਲਮ ਸੀ ਕਿ ਅਸੀਂ ਪਹੁੰਚ ਨਹੀਂ ਸਕੇ। ਪਰ ਅਸੀਂ ਫੈਸਲਾ ਕੀਤਾ, ਹੁਣ ਸਾਡੇ ਕਮੇਟੀ ਇੱਥੇ ਬੈਠੀ ਹੈ ਬਲਾਕ ਘਨੌਰ ਦੀ, ਕਿ ਇਹ ਜੋ ਮਸਲਾ ਹੈ ਬਹੁਤ ਵੱਡਾ ਮਸਲਾ ਹੈ, ਛੋਟਾ ਨਹੀਂ। ਇਹ ਲੜਨ ਵਾਸਤੇ ਆਪਾਂ ਨੂੰ ਇੱਕ ਪਲਾਨਿੰਗ ਬਣਾਉਣੀ ਪੈਂਦੀ ਹੈ। ਮੇਰਾ ਖਿਆਲ ਆਪਾਂ ਨੂੰ ਬਣਾਉਣੀ ਚਾਹੀਦੀ ਹੈ। ਬਹੁਤਾ ਟਾਈਮ ਲੈਣਾ, 2 ਮਿੰਟ ਲਾਊਂਗਾ। ਕਿ ਜਿਨ੍ਹਾਂ ਦੇ ਖੇਤ 'ਚ ਟਾਵਰ ਲੱਗੇ ਹੋਏ ਆ ਉਹਨਾਂ ਦੀ ਕਮੇਟੀ ਬਣਾ ਕੇ ਉਚੇਚੇ ਤੌਰ ਤੇ ਉਹਨਾਂ ਦੀ ਡਿਊਟੀਆਂ ਲਾਈਆਂ ਜਾਣ। ਨੇੜਲੇ ਪਿੰਡਾਂ 'ਚ ਕਿਹੜੇ ਅਗਲੇ ਪਿੰਡਾਂ ਦੇ ਜਿੰਨੇ ਟਾਵਰ ਹੈ, ਕਿ ਸਾਡੇ ਯੋਧੇ ਕਿਹੜੇ ਲੜਨ ਵਾਸਤੇ। ਬਾਕੀ ਰਹੀ ਗੱਲ ਪਿੱਛੇ ਜਥੇਬੰਦੀਆਂ ਦੀ, ਸਾਰੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਕੱਲੀ ਇੱਕ ਨਹੀਂ, ਸਾਰੇ ਇੱਕ ਹੈ। ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਪਿੰਡਾਂ 'ਚ ਬੈਠੇ ਕਹਿੰਦੇ ਇਹ ਫਲਾਣੀ ਜਥੇਬੰਦੀ ਹੈ। ਜਥੇਬੰਦੀ ਕਿਸਾਨੀ ਵਾਸਤੇ ਲੜਾਈ ਲੜਦੀ ਹੈ, ਚਾਹੇ ਕੋਈ ਵੀ ਹੈ। ਸਾਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਚਾਹੇ ਜਥੇਬੰਦੀ ਦਾ ਉਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਲੜਾਈ ਸਭ ਦੀ ਹੈ। ਪਹਿਲਾਂ ਲੜ ਕੇ ਆਏ, ਉੱਥੇ ਕਿੱਥੇ ਦਿੱਲੀ ਨਾ ਕਿਸੇ ਨੇ ਜਾਤ ਪੁੱਛੀ ਨਾ ਜਥੇਬੰਦੀ ਪੁੱਛੀ, ਸਾਰਿਆਂ ਨੇ ਇੱਕ ਝੰਡੇ ਥੱਲੇ ਲੜਾਈ ਲੜੀ ਹੈ, ਜਦੋਂ ਆਪਾਂ ਜਿੱਤੇ ਹਾਂ। ਇਹ ਤਾਂ ਬਹੁਤ ਛੋਟੀ ਵੀ ਹੈ ਤੇ ਲੜਾਈ ਬਹੁਤ ਵੱਡੀ ਵੀ ਹੈ। ਆਪਾਂ ਨੇ ਬਹੁਤ ਵੱਡਾ ਸਮਾਨ ਲੈ ਕੇ ਲੜਾਈ ਲੜਨੀ ਹੈ। ਪਹਿਲਾ ਨੰਬਰ ਕਮੇਟੀ, ਦੂਜਾ ਨੰਬਰ ਉਚੇਚੇ ਚੌਰ ਜਿਹੜੇ ਤਾਂ ਹਰਪਾਲਪੁਰ ਹੋ ਗਿਆ, ਕੁੱਥਾ ਕਿਹੜੇ ਨੇੜੇ ਪਿੰਡ ਹੈ, ਇਹਨਾਂ ਨੂੰ ਮੂਹਰੇ ਹੋ ਕੇ ਕਿ ਜਥੇਬੰਦੀ ਦਾ ਕੰਮ ਹੈ ਆ ਕੇ ਡਿਊਟੀ ਦੇਣਾ, ਜੋ ਉਹਦੀ ਡਿਊਟੀ ਲੱਗੀ ਡਿਊਟੀ ਨੂੰ ਪੂਰਾ ਕਰਨਾ। ਸਾਡੀ ਜਥੇਬੰਦੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ, ਜਦ ਵੀ ਜ਼ਰੂਰਤ ਪਵੇ ਜਿਸ ਤਰ੍ਹਾਂ ਵੀ ਫੈਸਲਾ ਲਵੇਗੀ ਕਮੇਟੀ ਉਹਨਾਂ ਦੇ ਨਾਲ ਹੈ। ਤੇ ਇਹ ਨਹੀਂ ਕਿ ਰਾਤ ਨੂੰ ਜੇ ਕੱਲ੍ਹ ਦਾ ਫੈਸਲਾ ਰਾਤ ਨੂੰ ਮੈਸੇਜ ਦਿੱਤਾ ਜਾਵੇ ਅਸੀਂ ਉੱਥੇ ਪਹੁੰਚਾਂਗੇ। ਇਹਨਾਂ ਕਹਿੰਦਾ ਖਿਮਾ ਜਾਚੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਆਰੇ ਇੱਕ ਗੱਲ ਇਹ ਵੀ ਹੈ ਕਿ ਅੱਜ ਆਪਣਾ ਜਿਹੜਾ ਇਕੱਠ ਹਰਪਾਲਪੁਰ ਹੋਇਆ, ਇਸ ਤਰ੍ਹਾਂ ਹੀ ਇਕੱਠ 24 ਘੰਟੇ ਦੇ ਸਨੇਹ ਦੇ ਇੱਥੇ ਇਕੱਠ ਇਸ ਤਰ੍ਹਾਂ ਇਕੱਠ ਹੋਣਾ ਜ਼ਰੂਰੀ ਹੈ। ਜਿੰਨਾ ਜਲਦੀ ਜ਼ਿਆਦਾ ਇਕੱਠ ਕਰੇ ਉਨੀ ਜਲਦੀ ਆਪਾਂ ਆਪਣੇ ਹੱਕ ਲੈ ਕੇ ਜੁੜਾਂਗੇ। ਕੋਈ ਵੱਡੀ ਗੱਲ ਨਹੀਂ। ਦੇਖੋ ਜੀ, ਆਪਣੇ ਜਿਹੜੇ ਖੰਭੇ ਆਪਣੇ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਲੱਗ ਰਹੇ ਨੇ ਜੀ, ਇਹਦੇ ਵਿੱਚ ਇੱਕ ਗੱਲ ਬੜੀ ਸੋਚਣ ਵਾਲੀ ਹੈ। ਸਾਰੇ ਜ਼ਿਮੀਂਦਾਰ ਬੈਠੇ ਨੇ ਜੀ। ਕਈ ਵਾਰੀ ਕੀ ਹੁੰਦਾ, ਕਿਸੇ ਜ਼ਿਮੀਂਦਾਰ ਦੀ ਮਜਬੂਰੀ ਹੁੰਦੀ ਹੈ ਵੀ ਆਪਾਂ ਨੇ ਖੇਤ ਆਪਣਾ ਜ਼ਮੀਨ ਕਈ ਵਾਰੀ ਵੇਚਣੀ ਪੈਂਦੀ ਹੈ ਆਪਾਂ ਨੂੰ। ਤੇ ਜਿਹੜੀ ਜ਼ਮੀਨ ਦੀ ਕੀਮਤ ਹੈ 40-50 ਲੱਖ ਰੁਪਏ, ਜਦੋਂ ਆਪਾਂ ਉਹਦੀ ਪੋਲ ਲੱਗ ਗਿਆ ਆਪਣੇ ਖੇਤ ਦੇ ਵਿੱਚ ਜਾਂ ਤਾਰ ਲੰਘ ਗਈ, ਉਹਦੀ ਕੀਮਤ ਅੱਧੀ ਰਹਿ ਜਾਣੀ ਹੈ ਜੀ ਆਪਣੀ ਦੀ। ਇਹ ਬੜਾ ਸੋਚਣ ਵਾਲੀ ਗੱਲ ਹੈ ਜੀ। ਤੇ ਦੂਜੀ ਗੱਲ ਇਹ ਹੈ ਵੀ ਇਹਨਾਂ ਨੇ ਕੀ ਕਰਦੇ ਨੇ, ਮਤਲਬ ਜਿਵੇਂ ਪਿੱਛੇ ਗੱਡਦੇ ਆ ਰਹੇ ਨੇ ਜੀ ਪੋਲ ਜੀ, ਤੇ ਜਿਵੇਂ ਮੈਂ ਰੋਕਤਿਆ ਜੀ, ਮੈਂ ਰੋਕ ਕੇ ਵੀ ਰੱਖਿਆ ਆਪਣੇ ਖੇਤ ਦੇ ਵਿੱਚ 10 ਦਿਨ। ਇਹਨਾਂ ਨੇ ਕੀ ਕੀਤਾ, ਮੈਨੂੰ ਛੱਡ ਤਿਆ, ਇਹਨਾਂ ਨੇ ਅੱਗੇ ਕੰਮ ਸ਼ੁਰੂ ਕਰਤਿਆ। ਫਿਰ ਇਹ ਕਹਿੰਦੇ ਆ ਕੇ ਵੀ ਭਾਈ ਉਹ ਦੇਖੋ ਅੱਗੇ ਵੀ ਗੱਡ ਗਿਆ, ਇੱਧਰ ਵੀ ਗੱਡ ਗਿਆ, ਤੂੰ ਰਹਿ ਗਿਆ, ਵੀ ਤੇਰੇ ਤੇ ਪਰਚਾ ਹੋਊਗਾ। ਵੀ ਅਸੀਂ DC ਨੂੰ ਵੀ ਮਿਲਿਆ ਏ, ਅਸੀਂ ਥਾਣੇ SHO ਨੂੰ ਵੀ, SDM ਨੂੰ ਮਿਲੇ ਜੀ। ਵੀ ਇਹ ਡਰਾ ਕੇ ਧਮਕਾਉਂਦੇ ਵੀ ਹੈ। ਤੇ ਇੱਕ ਉਹ ਤੋਂ ਬਾਅਦ ਲੋਹਾ ਖੇੜੀ ਆ ਗਿਆ, ਮੇਰੇ ਰਿਸ਼ਤੇਦਾਰਾਂ ਦੇ ਖੇਤ ਨੇ, ਉੱਥੇ ਵੀ ਮੈਂ ਐਵੇਂ ਹੀ ਰੋਕਤਿਆ, ਉੱਥੇ ਵੀ ਇਹੀ ਗੱਲ ਕਹਿੰਦੇ ਨੇ। ਕਹਿੰਦੇ ਵੀ ਹੁਣ ਦੇਖ ਲਓ ਵੀ ਮੈਨੂੰ ਕੁੱਥਾ ਖੇੜੀ ਦਾ ਵੀਰ ਦੇ ਖੇਤ ਦੇ ਵਿੱਚ ਆਇਆ, ਜਦੋਂ ਉੱਥੇ ਵੀ ਦੱਸਿਆ ਵੀ ਕਹਿੰਦੇ ਇੱਥੇ ਪੁਲਿਸ ਆ ਗਈ, ਵੀ ਤੂੰ ਵੀ ਹੁਣ ਕਹਿ ਦੇ ਵੀ ਆ ਜਾਓ, ਵੀ ਕੱਢ ਦਿਓ ਉਹਨਾਂ ਕੋਲ। ਵੀ ਮੈਂ ਕਿਹਾ ਵੀ ਕੋਈ ਗੱਲ ਨਹੀਂ, ਵੀ ਜਿਵੇਂ ਵੀ ਸਾਡਾ ਫੈਸਲਾ ਹੋਊਗਾ ਫਿਰ ਆਪਾਂ ਉਵੇਂ ਕਰਾਂਗੇ। ਵੀ ਇਹਦੇ ਗੱਲ 'ਤੇ ਵਿਚਾਰ ਕਰੋ ਵੀ ਆਪਾਂ ਨੇ ਕਰਨਾ ਕੀ ਹੈ ਅੱਗੇ, ਵੀ ਇਹ ਨਾ ਹੋਏ ਜਿਵੇਂ ਸਾਰੇ ਬੁਲਾਰਿਆਂ ਨੇ ਦੱਸਿਆ ਵੀ ਕਦੇ ਪੋਲਾਂ ਵਾਲੇ ਹੀ ਰਹਿ ਜਾਣ ਜਾਂ ਵਿੱਚ ਪੋਲ ਵਾਲੇ ਵੀ ਮੁਆਵਜ਼ਾ ਲੈ ਕੇ ਲੰਘ ਜਾਣ। ਤੇ ਇੱਕ ਹੋਰ ਦੱਸਦਾ ਵੀ ਮੈਨੂੰ ਚੈੱਕ ਵੀ ਦੇ ਗਏ ਸੀਗੇ। ਉਹ ਚੈੱਕ ਦੇ ਵਿੱਚ ਕੀ ਕੀਤਾ, ਪਹਿਲਾਂ ਤਾਂ ਉਹ ਕਹਿੰਦੇ ਵੀ 10-15 ਹਜ਼ਾਰ ਰੁਪਇਆ ਬਣਦਾ ਤੇਰਾ, ਪਰ ਤੈਨੂੰ ਘੁੰਮਾ ਕੇ ਇੱਧਰ ਨੂੰ ਕਰ ਦਾਂਗੇ, ਐਂ ਕਰ ਦਾਂਗੇ, ਚਲੋ ਤੁਹਾਡਾ 30,000 ਬਣਾ ਦਾਂਗੇ। ਤੇ ਫਿਰ ਮੈਂ ਕਿਹਾ ਵੀ ਨਾ ਜੀ, ਜਦੋਂ ਮੈਂ ਇਕੱਲਾ ਰਹਿ ਗਿਆ ਮੈਨੂੰ ਮਜਬੂਰੀ ਹੈ, ਮੈਨੂੰ ਚੈੱਕ ਲੈਣਾ ਪਿਆ ਜੀ। ਕਹਿੰਦੇ ਵੀ ਚਲੋ ਆਡੋ ਅਡਾਈ ਨਾਲ ਮੈਨੂੰ 40,000 'ਚ ਮੇਰੀ ਗੱਲ ਹੋ ਗਈ ਉਹਨਾਂ ਨਾਲ। 40,000 ਤੋਂ ਬਾਅਦ ਉਹਨਾਂ ਨੇ ਮੈਨੂੰ 38,000 ਕੁਝ ਦਾ ਚੈੱਕ ਦੇਤਾ। ਤੇ ਉਹਦਾ ਜਦੋਂ ਮੈਂ ਬੈਂਕ ਦੇ ਵਿੱਚ ਲਾਣ ਗਿਆ, ਮੈਡਮ ਕਹਿੰਦੇ ਵੀ ਇਹ ਤਾਂ ਤੁਹਾਡੇ ਸਾਈਨ ਹੀ ਨਹੀਂ ਮੈਚ ਕਰਦੇ, ਬਾਉਂਸ ਹੋ ਗਿਆ ਸਮਝ ਲਓ ਜੀ। ਉਹ ਵੀ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਸਾਡਾ ਤਾਂ ਠੀਕ ਹੈ। ਮੈਨੂੰ 1.5 ਮਹੀਨਾ ਦੇ ਕਰੀਬ ਚੈੱਕ ਆਏ ਨੂੰ ਹੋ ਗਏ, ਅੱਜ ਤੱਕ ਖੰਭਾ ਲੱਗੇ ਨੂੰ ਹੋ ਗਏ ਜੀ। ਅੱਜ ਤੱਕ ਮੇਰੇ ਖਾਤੇ 'ਚ ਪੈਸੇ ਨਹੀਂ ਆਏ ਜੀ ਉਹਨਾਂ ਦੇ। ਇਸੇ ਦਿਨ ਦੀ ਗੱਲ ਹੈ ਬਾਈ, ਕਿ ਪੁਰਾਣੀ? ਇਸੇ ਦੀ ਜੀ, ਇਸੇ ਦੀ ਹੈ ਬਾਈ। ਕੋਈ ਲਿਖਤੀ ਲਿਆ ਜੀ। ਇੱਕੋ ਮੁਆਵਜ਼ੇ ਦਾ ਫਾਰਮ ਭਰਦੇ ਆ ਜੀ, ਮੁਆਵਜ਼ੇ ਵਾਲਾ ਫਾਰਮ ਭਰਦੇ ਆ ਜੀ। ਹਾਂਜੀ ਹਾਂ, ਨਹੀਂ ਚੈੱਕ ਉਹਨਾਂ ਨੂੰ ਹੁਣ ਕਹਿੰਦੇ ਅਸੀਂ ਬਦਲ ਕੇ ਚੈੱਕ ਦੇਵਾਂਗੇ, ਵਾਪਸ ਕਰਤਾ ਚੈੱਕ। ਮੇਰੇ ਕੋਲ ਫੋਟੋ ਹੈਗੀ ਹੈ ਚੈੱਕ ਦੀ, ਸਾਰਾ ਕੁਝ ਹੈ ਜੀ। ਹਾਂਜੀ ਹਾਂ। ਤੇ
ਬਾਕੀ ਇਹਦੇ ਤੇ ਵਿਚਾਰ ਕਰੋ ਜੀ ਵੀ ਕਿਵੇਂ ਵੀ ਜਿਵੇਂ ਵੀ ਹੋਊਗਾ ਅਸੀਂ ਨਾਲ ਹੈ ਜੀ। ਵੈਸੇ ਮੇਰੀ ਤਾਂ ਗੱਲ ਇਹੀ ਹੈ ਵੀ ਜੇ ਇਹਨੂੰ ਵਿਚਾਰ ਇਹ ਹੈ ਵੀ ਜੇ ਆਪਣੇ ਖੇਤਾਂ ਦੇ ਵਿੱਚੋਂ ਇਹ ਲਾਈਨ ਨਾ ਨਿਕਲੇ ਤਾਂ ਵਧੀਆ ਜੀ, ਕਿਉਂਕਿ ਜ਼ਮੀਨਾਂ ਆਪਣੀਆਂ, ਮਾਲਕ ਅਸੀਂ ਹੈ। ਇਹ ਮਤਲਬ ਕਿ ਇੱਕ ਧੱਕੇ ਨਾਲ ਫਿਰ ਅਸੀਂ ਮਾਲਕ ਵੀ ਕਾਹਦੇ ਜੇ ਸਾਡੇ ਨਾਲ ਧੱਕਾ ਹੀ ਲੱਗੇ ਹੁਣ। ਸਾਰਿਆਂ ਦੀ ਗੱਲ ਬਹੁਤ ਛੇਤੀ ਕਰਦੇ ਆ। ਹਾਂਜੀ ਹਾਂ, ਸਾਡੇ ਖੇਤ 'ਚ 8 ਮਹੀਨੇ ਰੁਕਿਆ ਰਿਹਾ, ਪਿਛਲੇ ਜੀਰੀ ਦਾ ਰੁਕਿਆ ਵਾ। ਇਹਨਾਂ ਨੇ ਫਿਰ ਗੋਲ ਕਰਕੇ ਮੇਰੇ ਭਰਾ ਗੱਲ ਮੈਨੂੰ ਹਾਂਜੀ 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 ਵੀ ਇਹੀ ਹੈ ਵੀ ਦੇਖੋ ਮਾਲਕ ਅਸੀਂ ਹੈ, ਮਾਲਕ ਅਸੀਂ ਹੈ ਕਿ ਇਹ ਹੈ, ਇਹ ਸਾਨੂੰ ਡਰਾ ਧਮਕਾ ਕੇ ਤਾਂ ਧੱਕਾ ਹੀ ਹੋ ਗਿਆ ਜੀ ਸਿੱਧਾ ਸਾਡੇ ਨਾਲ। ਉਹਦਾ ਬੰਦੇ ਦੀ ਤਾਂ ਸਹਿਮਤੀ ਕੋਈ ਨਹੀਂ ਜੀ। ਠੀਕ ਹੈ जी। बहुत ही सत्कारयोग साध संगत जी, वाहिगुरू जी का खालसा वाहिगुरू जी की फतेह। देखो सब तो बड़ी खुशी की बात है, हमें 10-12 साल तो इन्हें लाइना रोका उत्थे ਉਹ ਬੰਦੇ घट होए थे ਜਿਹੜੇ हल्लाशेरी दें दे, दूए खिंचने वाले बहुत होए थे डराने वाले। जो किसान मोर्चे की प्राप्ति है, जो ਜਿਹੜੇ ਅੱਜ ਆਪਾਂ इस टावरों पिछे इन्ने इकट्ठे हो गए ना, जो किसान मोर्चे की प्राप्ति है। और सारा सीट में पता उत्थे भी उत्थे एक इकट्ठ हो रहा सवाल पर। मेरी तो यही बेनती है, एक तो यहाँ टावर वाले जोड़े अपने संपर्क के विच हैं, मसला जो पंजाब का, उसके बाद देश का। पर पहला आपां जोड़े टावर वाले हैं, एक जोड़े अपने हादरे लगभग सारी जथेबंदियां के जिले की नुमाइंदगी करा, कोई ब्लाक की करा, जिले के भी हैं, भी अपनी जिले की कमेटी बनावा। पर सारे जिले की हो, सारी जिले की कमेटी बना के ना, जोड़ा अपन टकराव कहाँ होने ते अपने सारे नुमाइंदगे, जोड़ा जिम्मेवार बंदा उन्होंने डेपूटेशन मिला भी देखो महाराज SKM मैंने ले लिया, हमें पंजाब पद्धर पर मिला। फिर अपने जिले वाले जो पंजाब के विचों सारे आ रही है साने वाल ते जोड़ा अपना पंजाब का SKM बनया वा पंजाब पद्धर का, और जथेबंदियाँ मुख्यमंत्री तक मिला। टकराव होने की बजाय अपनी ताकत इन्नी है, पहला आप जिले लेवल की बाडी बना के फिर सूबे वाले कहो भी देखो जी लाइन आ रही है, इसके विच हमें इस तरह लंघ नहीं देंगे, कोई जड़ा हमारा फैसला भी थमें कभी टकराव माम है। और डरा जरूर है, पर अपना कोई मूँह मत्था उन्होंने मिलने वाला तो होगा कमेटी वाला। प्रभाव अपना इन्ना ना हमें देखा दफ्तर में, जे अपने 10 किसान इकट्ठे होकर वग जाए, बहुत अपनी कीमत बढ़ गई उस मोर्चे करके। भी मेरा सुझाव है कि जोड़े अपने टावर वाले जिन्हें के संपर्क में और किसान आगू टावर वाले भी फेर खड़ेंगे जगह इंजन दिखेगा। जे आप कहेंगे ना भी टावर वाले पैर नहीं लाते जगह इंजन ना दिखे। जो हमारा तजर्बा, हमें लड़ते रहे हैं, जब अगे दिखा पीछे खड़ा लोग। ऐसी कोई घबराने की लोड़ नहीं है, कोई पर्चा नहीं होता किसी पर। जे पर्चे करने हमारे पर सारे पर करो, कर देंगे हो करो मैं सारे पर्चा किन्ने पर कर लेंगे। सो इसनू इन्हों की बाडी है जी अपनी जिले की अज जो भी है आप कमेटी बना के जाएँ, उसके बाद आप सूबे पद्धर के ऊपर मिले बड़े लेवल पर टकराव बिल होने का ही नहीं बिल्कुल भी। जब आप इस तरह हरियाणा वाले का हो गया, इनू पंजाब पद्धर पर लें, पहला आप अपने उरा एक कमेटी बना के जोड़ा भी संबंधित है उन्होंने मिलना, फिर सूबे वाले करो पा तालमेल, सारे जथेबंदी के तालमेल तो लीडर गल भी इसनू मेरा तो विचार यो है भी उन्होंने की कोई जरूरत नहीं पैंदी है। पर अपा अबेसड़े ना होए, जे 5 बागे और कल्ले कल्ले के लाई जाएंगे, फिर कहेंगे यार उरे तो कोई आया ही नहीं, आ भी नहीं सकते हर टाइम। पहले पा क्यों उन्होंने रोका है, उन्होंने की जरूरत कोई नहीं पैंदी, मेरा यो विचार है। अपनी गलबात जे किसी के कोई दिमाग च आउंदी है, वो थोड़े ਜਿਹੜੇ ਬੰਦੇ ਬੈਠੇ ਆ ਉਹਨਾਂ ਚੋਂ ਵੀ ਦੱਸਿਓ ਆਪਣੀ ਆਪਣੀ ਗੱਲਬਾਤ। ਉਰੇ ਜਿਹੜੀ ਗੱਲਬਾਤ ਹੁਣ ਚੱਲੀ ਹੈ, ਇਸ ਤਰ੍ਹਾਂ ਸਾਥੀ ਨੇ ਕਿਹਾ ਵੀ ਪਹਿਲਾ ਨੰਬਰ ਤਾਂ ਟਾਵਰ ਵਾਲਿਆਂ ਦੀ ਕਮੇਟੀ, ਠੀਕ ਹੈ ਨਾ। ਦੂਜਾ ਨੰਬਰ ਜਿਹੜੀ ਜਥੇਬੰਦੀਆਂ ਘੱਟੋ ਘੱਟ ਜ਼ਿਲ੍ਹੇ ਲੈਵਲ ਦੀਆਂ ਉਹਨਾਂ ਦੀ ਕਮੇਟੀ, ਇਹ ਇੱਕ ਸੁਰ ਹੋਣੇ ਚਾਹੀਦੇ ਆ, ਦੋਨੋਂ ਇੱਕ ਸੁਰ, ਨਾ ਕੱਲੀਆਂ ਜਥੇਬੰਦੀਆਂ ਆਪਣਾ ਫੈਸਲਾ ਲੈਣ, ਨਾ ਕੱਲੇ ਟਾਵਰਾਂ ਵਾਲੇ ਆਪਣੀ ਮਰਜ਼ੀ ਕਰਨ, ਠੀਕ ਹੈ ਨਾ। ਇਹ ਇੱਕ ਸੁਰ ਹੋ ਕੇ ਚੱਲਣ। ਦੂਜਾ ਬੇਨਤੀ ਇਹ ਹੈ ਵੀ ਆਪਣੇ ਏਕੇ ਨੂੰ ਵਿਸ਼ਾਲ ਕਰੋ, ਵਿਸ਼ਾਲ। ਉੱਥੋਂ ਆਉਣ ਤੋਂ ਬਾਅਦ ਖਿੰਡ ਪੁੰਡ ਹੋ ਗਿਆ ਮਸਲਾ, ਨਹੀਂ ਆਪਣਾ ਦਬਾਅ ਬਹੁਤ ਤਾਂ ਬਹੁਤ ਜ਼ਿਆਦਾ ਤਾਂ। ਤੁਸੀਂ ਪਹਿਲਾਂ ਇਹ ਸਾਰੇ ਦੱਸੋ ਵੀ ਕਿਸਾਨ ਜਥੇਬੰਦੀਆਂ ਨੂੰ ਇੱਕ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। कोई किसी पर दोष ला रहा, ये कर गया वो कर गया, कोई कहा वोटा में खड़े, किसी ने कोई यार बंब नहीं चलाया है। सारिਆਂ ਨੂੰ इकट्ठे होना चाहिए, दोबारा उस तरह इकट्ठे होना चाहिए। दूजी बेनती ये है, तीसरी बेनती ये है, एक मिनट यार थमें प्रबंधक भी चुप रहो। दूजी बेनती ये है
भी ਜਿਹੜਾ कारपोरेट का हमला ना वो बहुत बड़ा हमला, उनके निशाने बिल्कुल स्पष्ट हैं, बिल्कुल स्पष्ट। आप कह रहे हैं खेती कानून वापस हो गए, ਜਿਹੜੀਆਂ ਲਾਈਨ ਲੰਘਣੀ ਹੈ ਨਾ इसने पाकिस्तान अगे और ईरान इराक सऊदी अरब तक समान बचाना, ਜਿਹੜੀ रेलवे लाइन की गल चल रही है, उनके निशाने स्पष्ट हैं। खेती पर कब्जा करना, सारे अदारियां नूं, टोटल अदारियां नूं प्राइवेट करना उनका निशाने हैं। और उसके बाद आबादी नूं घटाना, ਜਿਹੜੇ ਆਪਾਂ बैठे हैं वो भी घटा देनी है उन्होंने। ਆਪਾਂ याद करो किसानी अंदोलन ते पहला जद ਆਪਾਂ ने हाईवे नहीं घेरे थे, सारे ਆਪਾਂ मूँह के छीकू ला ला के अंदर वाड़े वे थे, करोना आ गया, करोना आ गया। करोना क्या चीज़ था? यही षड्यंत्र था भी इन्हों डरा के अंदर वाड़ो, फटाफट जेडे वर्ल्ड लेवल के पर पूरा संसार का सरमाएदार इकट्ठा हो गया, पूरे संसार के विच प्राइवेटेशन करने नूं, प्राइवेट करने नूं। और कोरोना भी यही था भी इन्हों मूँह के पर छीकू ला के अंदर वाड़ो, इन्हों कहो थाने तो 6-6 फुट दूसरे से दूर रहना। जे करोना हुंदा आपां इकट्ठे बैठ जाते, उस तरह का चलता हुंदा। अगलियां चालां फिर चलियां जा रही। 5G ये हुण तां आपां इन्हां टावरां की लड़ाई लड़ रहे हैं ना, इसके बाद 5G टावर आ रहे हैं। एक बंदे चलते चलते सड़कों के पर गिरेंगे बेहोश हो गए, जिस तरह चाइना के विच गिरे थे। चाइना में कोई कोरोना नहीं आया था, चाइना के विच 5G टावरां का ट्रायल होया था, पर उसनूं वरत लिया राजनीति वास्ते, क्योंकि चाइना भी कारपोरेट अदारियां के अधीन चल रहा। इस करके लड़ाई बहुत लंबी है। किसी शायर ने कहा भी 2 टोटियां विच भूं टुट्टी, एक लोकां दा एक जोकां दा। जो जिहड़े लोक हैं वो आपां जोकां तैयार हैं आपां नूं सारिआं नूं ठगणे नूं। कल्ले किसान ने भी कम नहीं करना, मजदूरां नूं गैल रहो, मजदूरां नूं भी गलबकड़ी पाओ उस तरह, क्योंकि लड़ाई किरती की और किसान की दोवां की है। गुलाम सारे ही होएंगे, किसान थोड़ा जा माड़ा 4 दिन कट लेगा, वो तो पहले ही है ही है। इस करके बेनती है भी इस दायरे नूं बड़ा करो, लड़ाई बहुत लंबी है। रही गल जिहड़ा साथियों ने कहा अपनी नीति, अपनी जिहड़ी गलबात है स्पष्ट होनी चाहिए है। आपां ने करना क्या है? टावर रोकने हैं, रोकने हैं बस। जे रोकने हैं, जे नहीं रोकने मुआवजा लेना, किन्ना लेना, उसते घट नहीं लेना। अपनियां जिहड़ियां गल्लां बातां स्पष्ट होनी चाहिए। अपनी खुशखबरी ये है कि हरियाणे वालियां ने जिहड़ी यही लाइन आ रही है रोक दी, उन्होंने रोक दी। बाकी पंजाब वालियां ने लाइन रोकी नहीं, वो कह रहे हैं रेलवे लाइन का मुआवजा बढ़ाओ। जिहड़ी इधर संघर्ष चल रहा, इन्हें बाई ने दसिया पट्टी रेलवे लाइन, फिरोजपुर पट्टी और रेलवे लाइन की लड़ाई लड़ रहे हैं। जिस तरह इन्हें पहला कहा था ना भी पहला टावरां की फिर रेलवे लाइन की, उधरों कह रहे हैं 4 लाख रुपया दे रहे हैं किले का, और कहा इस किले का रेट बढ़ाओ, करोड़ करो। इस करके जिहड़ा खातरे हैं बहुत बड़े हैं। कल्ले कल्ले नूं इस तरह सरना नहीं है, अंदर वड़ के मन्नू क्या लेना, तन्नू क्या लेना। इसे चीज़ ने बेड़ा गर्क कराया, इसे चीज़ ने परिवार लहदे कराए हैं। पहला परिवार इकट्ठे दे तां ही उन्होंने के विच गुजारिया, घर भी सरजे करे दा, पर परिवार तो नहीं इकट्ठे होंदे। पर आपां नूं सारिआं नूं इकट्ठे होने की लोड़ है। एकता रखियो, इन्हां जथेबंदियां वाले लीडरां नूं भी एक करो, ठीक है। जे जथेबंदियां भी भज गईयां, घट्टो घट्ट आपां तां एक रहेंगे। सो सारिआं नूं इस करके बेनती है भी एक रहो, इकट्ठे होकर लड़ाई लड़ी जाएगी। जे कंडा कुत्था खेड़ी के विच चुभेगा तो माहौल पर दर्द होना चाहिए, तां बात बनेगी। इस करके सारिआं नूं बेनती है इकट्ठे होकर लड़ो। बहुत ही सत्कारयोग SKM ਦੇ ਸੱਦੇ ਤੇ ਇਲਾਕੇ ਦੇ ਕਿਸਾਨ ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਪੰਡਤਾਂ ਵਾਲੀ ਰਾਮ ਰਾਮ ਵੀ। ਪਿਆਰੇ ਕਿਸਾਨ ਸਾਥੀਓ, ਬਹੁਤ ਵਧਾਈ ਦੇ ਪਾਤਰ ਹੈ ਜਿਹੜਾ ਇਹ ਜਿਨ੍ਹਾਂ ਨੇ ਇਕੱਠ ਕਰਿਆ ਹੈ। ਇਕੱਠ ਤਾਂ ਵੈਸੇ ਹਰੇਕ ਮਹੀਨੇ 'ਚ ਹੋਣਾ ਚਾਹੀਦਾ ਇੱਕ SKM ਦਾ। SKM ਦੀ ਇੱਕ ਮੀਟਿੰਗ ਨਾ ਆਏ ਮਹੀਨੇ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਮਸਲੇ ਬਹੁਤ ਹੈ। ਮਸਲਾ ਜਿਹੜਾ ਟਾਵਰਾਂ ਦਾ ਆਇਆ, ਟਾਵਰਾਂ ਦਾ ਮਸਲਾ ਪਹਿਲਾਂ ਮੇਰਾ ਵੀ ਵਿਚਾਰ ਇਹ ਸੀ ਵੀ ਮੁਆਵਜ਼ਾ ਲੈ ਕੇ ਕੁਛ ਵਿੰਗੇ ਟੇਢੇ ਨਾਲ ਹੱਲ ਹੋ ਜੇ, ਪਰ ਜਿਹੜਾ ਉਰੇ ਆ ਕੇ ਨੌਲੇਜ ਮਿਲੀ ਹੈ ਇਹ ਵੀ ਇੱਕ ਦੂਸਰਾ ਤਰੀਕਾ ਆਪਾਂ ਨੂੰ ਖੇਤੀ ਤੋਂ ਬਾਹਰ ਕੱਢਣ ਦਾ, ਅਡਾਨੀ ਅਬਾਨੀਆਂ ਦਾ ਦੂਸਰਾ ਤਰੀਕਾ ਵੀ ਉਹਨਾਂ ਸਾਨੂੰ ਤੰਗ ਕਰੋ, ਆਪੇ ਕਹਿਣਗੇ ਤਾਂ ਲੈ ਲੈ ਸਾਡੀ ਜ਼ਮੀਨਾਂ, ਮੁਆਵਜ਼ਾ ਅਸੀਂ ਦੇ ਦਿੰਦੇ ਹਾਂ। ਆਪਾਂ ਨੂੰ ਪਹਿਲਾਂ ਤੋਮਰ ਨੇ ਇਹ ਵੀ ਗੱਲ ਕਹੀ ਹੈ भी कहना पंजाब का किसान जहरीला भोजन खाता है पर आप नहीं खाता। आई ना गल पिछे जब आप बढ़ाई रुझे हुए, ये पिछे भी चाल है एक अपना जिनस खरीदनी बंद करनी है उन्होंने साल 2 साल च।
ਇਹ ਬੜੀ ਗੰਭੀਰ ਮਸਲੇ ਹੈ। ਕੱਲੇ ਇਸ ਨੂੰ ਆਪਾਂ ਨੇ ਟਾਵਰਾਂ ਦਾ ਮੁਆਵਜ਼ਾ ਲੈ ਕੇ, ਉਹਨੇ ਗੱਲ ਬਾਈ ਨੇ ਸੈਕਟਰੀ ਸਾਹਿਬ ਨੇ ਕਿਹਾ ਵੀ ਕੀਮਤ ਘਟਦੀ ਨਹੀਂ, ਉਹ ਤਾਂ ਬਿਲਕੁਲ ਖਤਮ ਹੋ ਜਾਂਦਾ। ਯੂਨੀਵਰਸਿਟੀ ਕਾਲਜ ਦੇ ਸਾਹਮਣੇ ਘਨੌਰ 25 ਕਿੱਲੇ ਵੇਚਣ ਨੂੰ ਫਿਰਦਾ ਇੱਕ ਜ਼ਿਮੀਂਦਾਰ, ਯੂਨੀਵਰਸਿਟੀ ਦੇ ਸਾਹਮਣੇ। ਉੱਥੇ ਰੌਲਾ ਇਹੀ ਹੈ ਟਾਵਰਾਂ ਦਾ, ਟਾਵਰ ਲੰਘੇ ਹੋਏ ਉੱਪਰ, ਕੋਈ ਨਿਗਾਹ ਕਰ ਰਿਹਾ। ਮਤਲਬ ਕੀਮਤ ਘਟਦੀ ਨਹੀਂ, ਖਤਮ ਹੋ ਗਈ ਜਮੀ। ਗੱਲ ਬਾਈ ਨੇ ਇਹ ਵੀ ਕਹੀ ਹੈ ਵੀ ਕਿਸੇ ਦਾ ਲੈਣ ਦੇਣ ਆ ਉਹ, ਠੀਕ ਹੈ ਹੈਗੀ ਆ। ਹੁਣ ਤਾਂ ਕਿਸਾਨੀ ਜਮੀ ਮਰੀ ਪਈ ਹੈ, ਐਤਕੀ ਤਾਂ ਜਮੀ ਮਾਰਤੇ, ਪਰ ਇਹਨਾਂ ਨਾਲ ਆਪਣੇ ਪੇਟੇ ਵੀ ਨਹੀਂ ਪੂਰੇ ਹੋਣੇ, ਆੜਤੀ ਉੜਤੀ ਦੇ ਵੀ ਨਹੀਂ ਪੂਰੇ ਹੋਣੇ। ਜੋ ਫੈਸਲਾ ਇਹ ਬਾਈ ਜਿਹੜੇ ਪਿੱਛੇ ਆਏ ਨੇ, ਇਹ ਜਿਹੜੇ ਪਿੱਛੇ ਆਏ ਨੇ ਨਾ, ਦੇਖੋ ਦੁੱਖ ਤਾਂ ਇਹਨਾਂ ਨੂੰ ਆਪਾਂ ਦੇ ਨਾਲ ਹੈ, ਇਹਨਾਂ ਦੇ ਦੁੱਖ ਤਾਂ ਇਹਨਾਂ ਨੂੰ ਆਪਾਂ ਨਾਲ ਹੈ। ਜੋ ਇਹ ਫੈਸਲਾ ਕਰਨਗੇ ਉਹਨਾਂ ਦੇ ਨਾਲ ਖੜਾਂਗੇ, ਪਰ ਕਮੇਟੀ ਸਾਫ਼ ਸੁਥਰੀ ਬਣੇ, ਇਹ ਵੀ ਸਾਡੀ ਸੁਝਾਅ। ਸਾਫ਼ ਸੁਥਰੀ ਕਮੇਟੀ, ਕੋਈ ਅੰਦਰ ਵੜ ਕੇ ਗੱਲ ਨਾ ਕਰੇ, ਪਰਦੇ 'ਚ ਕਿਸੇ ਦੇ ਉਂਗਲ ਨਾ ਉੱਠੇ ਵੀ ਉਹ ਬਈ ਪੈਸੇ ਐ ਕਰ ਗਏ। ਇਸ ਤਰ੍ਹਾਂ ਦਾ ਮੇਰਾ ਸੁਝਾਅ ਹੈ। ਇੱਕ ਮੈਂ ਹੋਰ ਗੱਲ ਕਹੂੰਗਾ, ਇਕੱਠ ਸਾਡੇ ਇਲਾਕੇ ਦਾ ਇੱਧਰਲਾ ਜ਼ਿਆਦਾ ਹੈ, ਮੰਡੌਲੀ ਦਾ ਪਰਲੇ ਵਾਲੇ ਘੱਟ ਹੈ। ਆਪਾਂ ਇੱਕ ਨਹਿਰੀ ਪਾਣੀ ਦੀ ਵੀ ਮੰਗ ਕਰ ਲਈਏ। ਆਪਾਂ ਨੇ ਕਿਹੜਾ ਬੂਟ ਪੱਟਦੇ ਸਰਕਾਰ ਦੇ, ਇੱਧਰ ਜਿਹੜਾ ਨਰਵਾਣਾ ਬਰਾਂਚ ਤੋਂ ਇੱਧਰ ਹੈ। ਇਹ ਕੀ ਗੱਲ ਆ ਵੀ ਮਤਲਬ ਪਰਲੇ ਪਾਸੇ ਨੂੰ ਪਾਣੀ ਮਿਲਦਾ, ਜਿਹੜਾ ਨਹਿਰ ਦੇ ਇੱਧਰਲੇ ਪਾਸੇ ਭਗੌੜੇ ਵਾਲੇ ਨੂੰ ਪਾਣੀ ਮਿਲਦਾ, ਮਾਝੀ ਵਾਲੇ ਨੂੰ ਮਿਲਦਾ ਨਹੀਂ। ਇਹ ਕੀ ਗੱਲ ਹੈ ਜੀ? ਦੇਖੋ ਵੋਟਾਂ ਪਾ ਕੇ ਆਪੇ ਭੇਜਦੇ ਆਪਾਂ, ਜਿਹੜੀ ਮਰਜ਼ੀ ਸਰਕਾਰ ਹੈ। ਆ ਜਿਹੜਾ ਪਿੱਛੇ ਡਰਾਮਾ ਕਰਿਆ JBC ਲਿਆਓ, ਨਹਿਰ ਪੱਟੋ ਔਰ ਪਾਈਪ ਦੱਬ ਦਿਓ, ਉਸ ਤਰ੍ਹਾਂ ਦਾ ਨਹੀਂ। ਸਾਫ਼ ਸੁਥਰਾ ਪਾਣੀ, ਕੱਲ੍ਹ ਨੂੰ ਕਿਸੇ ਦਾ ਬੰਦ ਵੀ ਨਾ ਹੋਵੇ, ਮੋਗਾ ਲੱਗਿਆ ਹੋਇਆ। ਮੈਂ ਵੈਸੇ ਹੈ ਟੌਪਿਕ ਤਾਂ ਹੈ ਨਹੀਂ, ਲੱਖਾ ਜੀ ਕਹਿੰਦੇ ਟੌਪਿਕ ਤੋਂ ਬਾਹਰ ਜਾ ਰਹੇ ਆ, ਪਰ ਟੌਪਿਕ ਹੈ ਬਹੁਤ ਇੰਪੋਰਟੈਂਟ ਹੈ ਇਹ। ਆਪਾਂ ਮਾਰੂਥਲ 'ਚ ਆ ਗਏ ਜਮੀ, ਜਿਹੜੇ ਨਰਵਾਣਾ ਬਰਾਂਚ ਤੋਂ ਇੱਧਰ ਨੂੰ ਹੈ। ਸੋ ਜੋ ਵੀ ਕੋਈ ਫੈਸਲਾ ਹੋਏਗਾ ਉਹਦੇ ਨਾਲ ਖੜਾਂਗੇ, ਜਿਵੇਂ ਵੀ ਹੋਊਗਾ। ਬੇਨਤੀ ਇਹੀ ਹੈ ਵੀ ਜੇ ਮਤਲਬ ਦੁੱਖ ਤਾਂ ਦੇਖੋ ਇਹਨਾਂ ਬੰਦਿਆਂ ਨੂੰ ਜਿਹੜੇ ਪਿੱਛੇ ਆਏ ਆ, ਇਹਨਾਂ ਦੀ ਰਾਹ ਆਪਾਂ ਨੇ ਦੇਖ ਲਈ। ਤਾਂ ਸਾਰੇ ਕਹਿੰਦੇ ਵੀ ਅਸੀਂ ਤਾਂ ਲਾਈਨ ਚੱਲਣੇ ਨਹੀਂ ਦੇਣੀ, ਬਸ ਚੱਲਣ ਨਹੀਂ ਦੇਣੀ। ਇਹ ਮੈਂ ਗੱਲ ਐ ਵੀ ਨਹੀਂ ਹੈ, ਜਿਹੜਾ ਆਪਾਂ ਮੋਰਚਾ ਦਿੱਲੀ ਵਾਲਾ ਜਿੱਤ ਗਿਆ ਨਾ, ਉਸ ਤੋਂ ਸਟਰੋਂਗ ਹੈ ਇਹ, ਇਸ ਤੋਂ ਔਖਾ ਇਸ ਤੋਂ, ਕਿਉਂਕਿ ਵਿੱਚ ਤੋਂ ਆਪਣੇ ਆਗੂਆਂ ਨੇ ਕਹਿਣਾ ਇਹ ਹਵਾ 'ਚ ਜਾਊਗੀ ਲਾਈਨ ਬਈ, ਇਹ ਜਾਊਗੀ ਤਾਂ ਖੇਤਾਂ 'ਚ ਨੂੰ, ਹਵਾ 'ਚ ਜਾਊਗੀ ਲਾਈਨ। ਆਪਾਂ ਨੂੰ ਕਹਿਣਗੇ ਆਪਣੇ ਬੰਦੇ, ਆਪਾਂ ਨੂੰ ਕਹਿਣਗੇ ਜੇ ਇਹੋ ਜਿਹੀਆਂ ਜ਼ਹਿਰੀਲੀਆਂ ਗੈਸਾਂ ਥੱਲੇ ਨੂੰ ਜਾ ਸਕਦੀਆਂ ਨਾ, ਇਹ ਪਾਈਪਲਾਈਨ, ਇਹ ਲਾਈਨ ਵੀ ਥੱਲੇ ਨੂੰ ਜਾ ਸਕਦੀ ਹੈ, ਥੱਲੇ ਨੂੰ ਜਾ ਸਕਦੀ ਹੈ। ਤੁਹਾਡੇ ਖੇਤ ਪੋਲ ਦੀ ਗੱਲ ਕਰ ਦਾਂਗੇ, ਸਾਈਡ 'ਚ ਕਰ ਦਾਂਗੇ ਆਪਾਂ ਪੋਲ ਨੂੰ, ਆਪਾਂ ਛੋਟਾ ਲਾ ਦਾਂਗੇ। ਉਹਦੇ ਨਾਲ ਇੱਕ ਗੱਲ ਹੋਈ ਸੀ ਕਿ ਜੋ ਤੁਹਾਡੇ ਨਾਲ ਗੱਲ ਹੋਊਗੀ, ਜੋ ਹੋਰਾਂ ਦੇ ਖੇਤ 'ਚ ਟਾਵਰ ਲੱਗੂਗਾ, ਜੇ ਤਾਂ ਲੱਗੂਗਾ ਫਿਰ ਤਾਂ ਉਹੀ ਲੱਗੂਗਾ ਸਾਡੇ ਖੇਤ ਦੇ ਵਿੱਚ, ਜੋ ਮੁਆਵਜ਼ਾ ਹੋਰਾਂ ਨੂੰ ਮਿਲੂਗਾ ਉਹੀ ਸਾਨੂੰ ਮਿਲੂਗਾ। ਤੇ ਤੁਹਾਡੇ ਨਾਲ ਜਿਹੜੀ ਸਾਡੀ ਗੱਲ ਨਿਬੜੂਗੀ, ਉਹ ਗੱਲ ਉਹੀ ਨਿਬੜੂਗੀ ਜਿਹੜੀ 500 ਬੰਦੇ ਦੇ ਸਾਹਮਣੇ ਨਿਬੜੂਗੀ, ਅੰਦਰ ਕੋਈ ਗੱਲ ਨਹੀਂ ਨਿਬੜੂਗੀ। ਸੋ ਖਰੀਦਣ ਦੀ, ਪਾੜਨ ਦੀ ਆਪਾਂ ਨੂੰ ਕੋਸ਼ਿਸ਼ ਕਰਨਗੇ। ਬੜੀਆਂ ਸਾਡੇ ਕੋਲ ਉਦਾਹਰਨਾਂ ਆਪਣੇ ਕੋਲ ਹੈਗੀਆਂ ਨੇ, ਬੜਾ ਕੁਝ ਆਪਾਂ ਨੇ ਸਾਹਮਣੇ ਦੇਖਿਆ। ਸੋਚ ਕੇ ਚੱਲਣਾ, ਸਮਝ ਕੇ ਚੱਲਣਾ। ਅਗਲੇ ਬੁਲਾਰੇ ਨੇ ਕਿ ਮੈਂ ਹੋ ਕੇ ਆਪਣੇ ਬੁਲਾਰੇ ਆਪਣੇ ਕੋਲ ਹੈਗੇ ਨੇ, ਤੇ ਹੋਰਾਂ ਨੂੰ ਵੀ ਥੋੜੇ ਜਿਹੇ ਸੱਜਣ ਕਹਿ ਰਹੇ ਨੇ ਕਿ ਸਾਨੂੰ ਚਲੋ ਕੰਮਕਾਰ ਹੁੰਦੇ ਹੀ ਆ। ਸਮਾਂ ਆਪਾਂ ਨੇ ਸੀਮਤ ਰੱਖਣਾ, ਟੂ ਦੀ ਪੁਆਇੰਟ ਗੱਲ ਕਰਨੀ ਹੈ ਆਪਾਂ ਨੇ। ਸਾਰੇ ਮਸਲੇ ਹਜੇ ਆਪਾਂ ਨਾ ਵਿੱਚ ਇਨਵੋਲਵ ਕਰੀਏ, ਮਸਲੇ ਬੜੇ ਵੱਡੇ ਨੇ, ਉਹਨਾਂ ਨੂੰ ਲੜਨਾ ਪੈਣਾ। ਹੁਣ ਮੇਨ ਤਾਂ ਇੱਕ ਆਏ ਸੀਗੇ 17 ਤਰੀਕ ਨੂੰ ਚੰਡੀਗੜ੍ਹ ਧਰਨਾ ਲੱਗ ਰਿਹਾ, ਉਹਦੇ 'ਚ ਆਪਣੀ ਮੁੱਖ ਮੰਗ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ। SKM ਚੰਡੀਗੜ੍ਹ ਧਰਨਾ ਲਾ ਰਿਹਾ ਕਿ ਜੋ ਸਾਡੀ ਇਹ ਇਹਦੀ ਤਾਰਾਂ ਦੀ ਅਪੀਲ ਹੈ, ਇਸ ਨੂੰ ਇੱਕ ਮੁੱਖ ਮੰਗ ਬਣਾਈ ਜਾਵੇ, ਸਰਕਾਰ ਦੇ ਨਾਲ, ਸਰਕਾਰ ਦੇ ਸਾਹਮਣੇ ਰੱਖੀ ਜਾਵੇ ਕਿ ਆਹ ਵੀ SKM ਦੀ ਵੱਡੀਆਂ ਮੰਗਾਂ ਦੇ ਵਿੱਚੋਂ ਆਹ ਇੱਕ ਮੰਗ ਵੱਡੀ ਮੰਗ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨ ਵੀਰ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਲਗਾਤਾਰ ਕਈ ਦਿਨਾਂ ਤੋਂ ਇਹ ਮੁੱਦਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪਹਿਲਾਂ ਸੁਣ ਰਹੇ ਹਾਂ, ਤੇ ਅੱਜ ਸਵੇਰ ਦੇ ਹੀ ਆਪਾਂ ਵੱਖ-ਵੱਖ ਬੁਲਾਰਿਆਂ ਦੇ ਜਿਹੜੇ ਵਿਚਾਰ ਹੈ ਉਹ ਸੁਣ ਲਏ, ਤੇ ਇਹਦੇ ਤੇ ਵਿਸਥਾਰਪੂਰਵਕ ਚਾਨਣਾ ਬਾਈ ਗੁਰਜਿੰਦਰ ਜੀ ਨੇ ਪਹਿਲਾਂ ਹੀ ਪਾਤਾ। ਜੇਕਰ ਆਪਾਂ ਉਸੇ ਤੇ ਮੈਂ ਦੁਬਾਰੇ ਗੱਲ ਕਰੇ ਜਾਵਾਂ ਤਾਂ ਸ਼ਾਇਦ ਇੱਕ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਵੇਗੀ ਕਿ ਜੇਕਰ ਮੈਂ ਸੂਰਜ ਦੇ ਮੂਹਰੇ ਦੀਵਾ ਲੈ ਕੇ ਬਹਿ ਜਾਂ ਕਿ ਮੇਰੇ ਦੀਵੇ ਦੀ ਰੋਸ਼ਨੀ ਵੱਧੇ, ਇਹ ਗੱਲ ਹੋ ਨਹੀਂ ਜਾਣੀ। ਪਰ ਉਹਦੇ ਬਾਰੇ ਆਪਾਂ ਨੂੰ ਗੱਲ ਸਾਰੀ ਪਤਾ ਲੱਗ ਗਈ ਹੈ। ਮੈਂ ਤਾਂ ਸਭ ਤੋਂ ਪਹਿਲਾਂ ਇਹੀ ਬੇਨਤੀ ਕਰਾਂਗਾ ਕਿ ਜਿੰਨੇ ਵੀ ਨੌਜਵਾਨ ਵੀਰ ਜਾਂ ਕਿਸਾਨ ਵੀਰ ਜਿਹੜੇ ਜਿਨ੍ਹਾਂ 'ਚ ਖੰਭੇ ਗੱਡ ਰਹੇ ਆ ਜਾਂ ਨਹੀਂ ਗੱਡ ਰਹੇ, ਉਹ ਪਹਿਲਾਂ ਇੱਥੇ ਆ ਕੇ ਗੱਲ ਸੁਣਨੀ ਯਕੀਨੀ ਬਣਾਓ, ਕਿਉਂਕਿ ਇੱਦਾਂ ਦੇ ਇਕੱਠ ਹੁਣ ਆਪਣੇ ਹੁੰਦੇ ਹੀ ਰਹਿਣੇ ਆ ਜਦੋਂ ਸੰਘਰਸ਼ ਚੱਲ ਪਿਆ। ਤੇ ਜਦੋਂ ਸਾਨੂੰ ਬਾਹਰ ਜਾ ਕੇ ਕਿਤੇ ਕੋਈ ਦੂਜਾ ਕਿਸਾਨ ਵੀਰ ਜਾਂ ਕੋਈ ਮੀਡੀਆ ਵਾਲੇ ਸਵਾਲ ਪੁੱਛਦੇ ਆ ਤਾਂ ਉਹ ਇਹ ਕਹਿੰਦੇ ਆ ਕਿ ਉੱਥੇ ਕੀ ਬਣਿਆ। ਤੇ ਜੇਕਰ ਆਪਾਂ ਗੱਲ ਸੁਣਦੇ ਨਹੀਂ ਨਾ, ਸਕੂਲ 'ਚ ਜਾ ਕੇ ਕੋਈ ਗੱਲ ਮੰਨਦੇ ਨਹੀਂ, ਤਾਂ ਫਿਰ ਆਪਾਂ ਉੱਥੇ ਜਾ ਕੇ ਇਹ ਕਹਿੰਦੇ ਆ ਕੁਝ ਨਹੀਂ ਬਣਿਆ ਯਾਰ, ਉੱਥੇ ਤਾਂ ਐਵੇਂ ਹੀ ਬੋਲੇ ਗਏ, ਆਪਣਾ ਹੀ ਦੱਸੀ ਗਏ, ਆਪਣਾ ਲੈਕਚਰ ਝਾੜੀ ਗਏ। ਇਹੋ ਜਿਹਾ ਕੁਝ ਨਹੀਂ ਹੈਗਾ। ਜਦੋਂ ਆਪਾਂ ਇੱਥੇ ਆ ਕੇ ਗੱਲ ਸੁਣਦੇ ਆ ਸਾਰਿਆਂ ਦੀ ਤਾਂ ਆਪਾਂ ਨੂੰ ਪਤਾ ਲੱਗਦਾ ਹੈ, ਪਰ ਬਾਹਰ ਜਾ ਕੇ ਜਦੋਂ ਆਪਾਂ ਜਵਾਬ ਦੇਣ ਜੋਗੇ ਹੋ ਜਾਂਦੇ ਆ ਨਾ, ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਲੋਕ ਸਾਰੇ ਤਿੱਖੇ ਹੋ ਗਏ। ਨਾਲੇ ਹੁਣ ਤੋਂ ਬਾਅਦ ਜਿਹੜਾ ਮਾਹੌਲ ਹੈ, ਅੱਜ ਦੇ ਇਕੱਠ ਤੋਂ ਪਹਿਲਾਂ ਜਿਹੜਾ ਮਾਹੌਲ ਸੀ, ਜਿਵੇਂ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ,
ਪਤਾ ਲੱਗਿਆ ਕਿ ਅਸੀਂ ਚੱਕ ਕੇ ਅੰਦਰ ਦੇ ਦਾਂਗੇ, ਪਰਚੇ ਪਾ ਦਾਂਗੇ। ਅੱਜ ਦੇ ਇਕੱਠ ਤੋਂ ਬਾਅਦ ਉਹ ਮਾਹੌਲ ਉਵੇਂ ਦਾ ਨਹੀਂ ਰਹਿਣਾ। ਜਾਂ ਤਾਂ ਅੱਜ ਤੋਂ ਬਾਅਦ ਤੁਹਾਨੂੰ ਵੱਡੀਆਂ ਧਮਕੀਆਂ ਹੀ ਆਉਣਗੀਆਂ, ਜਾਂ ਅੱਜ ਤੋਂ ਬਾਅਦ ਪ੍ਰਸ਼ਾਸਨ ਤੁਹਾਡੇ ਮੂਹਰੇ ਬਿਲਕੁਲ ਗੋਡੇ ਟੇਕੂਗਾ। ਤੇ ਇਹ ਗੱਲ ਬਿਲਕੁਲ ਜ਼ਰੂਰ ਹੋਣੀ ਹੈ। ਤੁਹਾਡੇ 'ਚ ਆਪਣੇ ਬੰਦੇ, ਤੁਹਾਡੇ ਆਪਣੇ ਪਿੰਡਾਂ ਦੇ ਬੰਦੇ, ਤੁਹਾਡੇ ਪ੍ਰਸ਼ਾਸਨ ਦੇ ਬੰਦੇ, ਕਿਉਂਕਿ ਇਹ ਵੀ ਗੱਲਾਂ ਹੋਣੀਆਂ ਕਿ ਕਿਤੇ ਪਾਰਟੀਬਾਜ਼ੀ ਦੇ ਵੀ ਸਵਾਲ ਉੱਠੇਗਾ, ਉਹ ਆਪ ਵਿੱਚ ਵੜ ਕੇ ਉਹ ਤੁਹਾਡੇ ਨਾਲ ਨਾਅਰੇ ਵੀ ਲਾਉਣਗੇ ਤੁਹਾਡੇ ਬਰਾਬਰ ਆ ਕੇ, ਤੇ ਤੁਹਾਨੂੰ ਮਨਾਣਗੇ ਵੀ ਯਾਰ ਪਾਰਟੀ ਦੀ ਬਦਨਾਮੀ ਹੋ ਰਹੀ ਹੈ, ਪਿੱਛੇ ਹਟ ਜਾਓ, ਕੀ ਲੈਂਦੇ ਹੋ ਉਹਨਾਂ ਕੰਮਾਂ ਤੋਂ। ਆਪਾਂ ਨੇ ਉਹਨਾਂ ਤੋਂ ਬਚ ਕੇ ਰਹਿਣਾ। ਇੱਥੇ ਗੁੰਮਰਾਹ ਕਰਨ ਦੀਆਂ ਗੱਲਾਂ ਸਭ ਤੋਂ ਜ਼ਿਆਦਾ ਹੋਣਗੀਆਂ। ਮੇਰੀ ਬੇਨਤੀ ਇਹੀ ਹੈ ਕਿ ਆਗੂਆਂ ਦਾ ਬਹੁਤ ਜ਼ਿਆਦਾ ਤਜਰਬਾ ਹੋ ਗਿਆ। ਜਦੋਂ ਵੀ ਕਿਸੇ ਕਿਸਾਨ ਵੀਰ ਕੋਲ ਕੋਈ ਫੋਨ ਆਉਂਦਾ ਜਾਂ ਘਰੇ ਕੋਈ ਗੱਲ ਆਉਂਦੀ ਹੈ, ਇਕੱਲੇ ਕਦੇ ਵੀ ਫੈਸਲਾ ਨਾ ਲਿਓ, ਕੋਈ ਲਿਖਤੀ ਨਾ ਦਿਓ, ਆਪਣੇ ਆਗੂਆਂ ਨਾਲ ਗੱਲ ਕਰੋ ਕਿ ਮੇਰੇ ਨਾਲ ਐਵੇਂ ਗੱਲ ਹੋ ਰਹੀ ਹੈ, ਕਿ ਇਹ ਸੱਚ ਹੈ ਜਾਂ ਨਹੀਂ ਹੈ। ਕਿਉਂਕਿ ਤੁਹਾਡੇ ਕੋਲ ਗੁੰਮਰਾਹ ਕਰਕੇ ਪਤਾ ਨਹੀਂ ਕਿਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕਰਿਆ ਜਾਵੇਗਾ। ਬਹੁਤ ਕੁਝ ਹੁੰਦਾ ਹੈ ਸੰਘਰਸ਼ਾਂ 'ਚ, ਪਰ ਬਚ ਕੇ ਆਪਾਂ ਨੂੰ ਉਹਨਾਂ ਤੋਂ ਰਹਿਣ ਦੀ ਲੋੜ ਪਵੇਗੀ ਜਿਹੜੇ ਸਾਡੇ ਆਪਣੇ ਹੋਣਗੇ, ਤੇ ਸਭ ਤੋਂ ਵੱਧ ਪ੍ਰੈਸ਼ਰ ਉਹੀ ਸਾਡੇ ਤੇ ਪਾਉਣਗੇ ਵੀ ਯਾਰ ਮੰਨ ਜਾ ਵੀ ਹੁਣ ਤਾਂ ਉਹੀ ਬਿਲਕੁਲ ਸੇਮ ਖੇਤੀ ਕਾਨੂੰਨਾਂ ਵਾਲਾ ਹੋਏਗਾ, ਜਿਵੇਂ ਉਹ ਕਹਿੰਦੇ ਸੀ ਅਸੀਂ ਸਾਰਾ ਕੁਝ ਕੱਢ ਲੈਂਦੇ ਹਾਂ, ਸਿਰਫ ਸਾਡੀ ਇੱਜ਼ਤ ਰੱਖ ਲਓ, ਇੱਕ ਡੱਬਾ ਪਿਆ ਰਹਿਣ ਦਿਓ। ਸੇਮ ਇੱਥੇ ਹੀ ਹੋਵੇਗਾ ਜਿਵੇਂ ਬਾਈ ਗੁਰਜਿੰਦਰ ਨੂੰ ਕਿਹਾ, ਕੋਈ ਕਹਿ ਰਿਹਾ ਛੋਟਾ ਖੰਭਾ ਲਾ ਦਾਂਗੇ, ਕਿਤੇ ਸਾਈਡ 'ਚ ਲਾ ਦਾਂਗੇ, ਛੋਟੀਆਂ ਤਾਰਾਂ ਤੁਹਾਡੇ, ਐਵੇਂ ਦੇ ਕਰਕੇ ਬਹੁਤ ਕੁਝ ਕਿਹਾ ਜਾਵੇਗਾ। ਪਰ ਜੇਕਰ ਆਪਾਂ ਇਸ ਗੱਲ ਤੇ ਅੜੇ ਗਏ ਕਿ ਆਪਾਂ ਲੰਘਣ ਦੇਣੀ ਨਹੀਂ, ਤਾਂ ਮਤਲਬ ਲੰਘਣ ਦੇਣੀ ਨਹੀਂ, ਫਿਰ ਭਾਵੇਂ ਜੋ ਮਰਜ਼ੀ ਹੋ ਜੇ। ਸਾਰੀਆਂ ਜਥੇਬੰਦੀਆਂ ਏਕੇ ਦੀ ਬਿਲਕੁਲ ਲੋੜ ਹੈ। ਠੀਕ ਹੈ, ਅਸੀਂ ਦਿੱਲੀ ਜਿੱਤ ਤੋਂ ਬਾਅਦ ਥੋੜਾ ਆਪਾਂ ਥਿੜਕੇ ਜ਼ਰੂਰ ਹੈ, ਪਰ ਗੱਲ ਇਹ ਵੀ ਨਹੀਂ ਕਿ ਡਿੱਗ ਕੇ ਹੀ ਸਵਾਰ ਹੁੰਦਾ ਹੈ। ਇੱਕ ਵਾਰ ਡਿੱਗ ਗਏ ਕੋਈ ਗੱਲ ਨਹੀਂ, ਦੁਬਾਰੇ ਆਪਾਂ ਖੜੇ ਹੋ ਗਏ, ਫੇਰ ਜੁੜਾਂਗੇ। ਜੰਗ ਤਾਂ ਇਸੇ ਤਰ੍ਹਾਂ ਹੀ ਜਿੱਤੀ ਜਾਣੀ ਹੈ, ਇਹ ਤਾਂ ਚੱਲਦੇ ਹੀ ਰਹਿਣੇ ਹੈ। ਦੇਖੋ ਜਦੋਂ ਸਰਕਾਰ ਆਪਣੀ ਚਾਲਾਂ ਤੋਂ ਪਿੱਛੇ ਨਹੀਂ ਹਟੀ, ਤਾਂ ਗਲਤੀ ਤਾਂ ਫਿਰ ਆਪਣੀ ਹੈ ਨਾ। ਭਟਕੇ ਤਾਂ ਆਪਾਂ ਆਪਣੇ ਮੁੱਦੇ ਤੋਂ। ਆਪਾਂ ਉੱਥੇ ਕਿੰਨੀਆਂ ਸੌਆਂ ਵੀ ਖਾਧੀਆਂ, ਕਿੰਨੇ ਆਪਣੇ ਲੈਕਚਰ ਹੁੰਦੇ ਰਹੇ ਕਿ ਆਪਾਂ ਪਿੰਡਾਂ 'ਚ ਜਾ ਕੇ ਇਹ ਕਰਾਂਗੇ, ਪਰ ਜਦੋਂ ਗੱਲ ਰਾਜਨੀਤੀ ਦੀ ਆ ਜਾਂਦੀ ਹੈ, ਉਦੋਂ ਹੀ ਆਪਣੇ 'ਚ ਦਫਾੜ ਹੋ ਜਾਂਦਾ ਹੈ। ਪਤਾ ਨਹੀਂ ਆਪਾਂ ਨੂੰ ਕੀ ਭੁਲੇਖਾ ਪੈ ਜਾਂਦਾ ਕਿ ਯਾਰ ਰਾਜਨੀਤੀ 'ਚ ਜਾ ਕੇ ਹੀ ਬਦਲ ਹੋਵੇਗਾ। ਨਹੀਂ ਕਿਸਾਨ ਵੀਰੋ, ਅੰਦੋਲਨ ਹੀ ਇੱਕ ਅਜਿਹਾ ਰਾਹ ਹੈ ਜਿਹਦੇ ਤੇ ਚੱਲ ਕੇ ਆਪਾਂ ਆਪਣੇ ਹੱਕ ਮੰਗ ਸਕਦੇ ਹਾਂ, ਆਪਣੀ ਲੜਾਈ ਜਾਰੀ ਰਹੇਗੀ। ਮੇਰਾ ਤਾਂ 3-4 ਸਾਲਾਂ ਦਾ ਤਜਰਬਾ ਹੀ ਹੈ। ਸਾਡੇ ਬਾਪੂ ਜੀ ਹੁਣੇ, ਸਾਡੇ ਜਿੰਨੇ ਵੀ ਤੁਸੀਂ ਸਾਰੇ ਬੈਠੇ ਆ, ਤੁਹਾਡੀਆਂ ਤਾਂ ਉਮਰਾਂ ਲੰਘ ਗਈਆਂ, ਤੁਸੀਂ ਤਾਂ ਹੰਢਾਇਆ ਇਹਨੂੰ, ਇਸ ਕੰਮ ਨੂੰ। ਪਰ ਜਿੱਥੋਂ ਤੱਕ ਤਜਰਬੇ 'ਚੋਂ ਮੈਂ ਸਿੱਖਿਆ ਕਿ ਜਿੱਥੇ ਆਪਾਂ ਗੱਲ ਤੇ ਜਿਹੜੀ ਤੇ ਅੜ ਗਏ, ਤਾਂ ਫਿਰ ਉੱਥੇ ਅੜ ਗਏ। ਗੱਲ ਅੜਦੀ ਵੀ ਨਹੀਂ, ਆਪਣੇ ਆਗੂਆਂ ਦੀ ਆਪਾਂ ਨੇ ਮੰਨ ਕੇ ਚੱਲਣੀ ਹੈ, ਬਸ ਗੁੰਮਰਾਹ ਹੋਣ ਤੋਂ ਬਚਣਾ। ਜਿਵੇਂ ਵੀ ਜਿਹੜੇ ਆਪਣੇ ਕਿਸਾਨ ਵੀਰ ਬੈਠੇ ਆ ਜਿਨ੍ਹਾਂ ਦੇ ਖੇਤ 'ਚ ਖੰਭੇ ਲੱਗ ਜਾਣੇ ਆ, ਉਹਨਾਂ ਦੀ ਪਹਿਲ ਹੈ, ਕਿਉਂਕਿ ਫੈਸਲਾ ਤਾਂ ਉਹਨਾਂ ਤੇ ਹੈ। ਪਰ ਇਹ ਨਾ ਹੋਵੇ ਜਦੋਂ ਗੱਲ ਫਿਰ ਰੋਕਣ ਦੀ ਹੋ ਗਈ, ਫਿਰ ਤੁਸੀਂ ਕਿਤੇ ਦਬ ਜਾਓ ਉੱਥੇ, ਤੁਸੀਂ ਪੈਸਿਆਂ ਦੇ ਵੱਟੇ। ਜੇਕਰ ਆਪਾਂ ਅੱਜ ਪੈਸਿਆਂ ਦੇ ਸਮਝੌਤਾ ਕਰ ਵੀ ਲੈਂਦੇ ਆ, ਕਿਤੇ 40,000 ਦੇ ਰਹੇ ਆ, 50 ਦੇ ਰਹੇ ਆ, ਚਾਹੇ ਲੱਖ ਵੀ ਦੇ ਦੇਣ, ਮੈਨੂੰ ਨਹੀਂ ਲੱਗਦਾ ਆਪਣੀ ਕੋਈ ਬਹੁਤ ਵੱਡੀ ਪ੍ਰਾਪਤੀ ਹੈ ਜਾਂ ਆਪਣਾ ਕੋਈ ਬਹੁਤ ਵੱਡਾ ਏਮ ਹੈ। ਇੱਕ ਸ਼ਾਇਰ ਨੇ ਲਿਖਿਆ ਵੀ ਮੈਂ ਤੇਰੇ ਵਿਚਾਰਾਂ ਨਾਲ ਸਹਿਮਤ ਤਾਂ ਨਹੀਂ, ਪਰ ਜਿਹੜੀ ਤੇਰੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਮੈਂ ਆਪਣੀ ਜਾਨ ਦੇ ਕੇ ਵੀ ਇਹਨੂੰ ਬਰਕਰਾਰ ਰੱਖਾਂਗਾ। ਬੁਲਾਰਾ ਕਈ ਵਾਰ ਬੰਦੇ ਦੇਖ ਕੇ ਬੋਲ ਜਾਂਦਾ, ਠੀਕ ਹੈ, ਆਪਣੀ ਆਪਣੀ ਸਮਝ ਹੈ। ਮੈਂ ਥੋੜ੍ਹੀ ਜਿਹੀ ਗੱਲ ਹਟ ਕੇ ਕਰਾਂਗਾ। ਹਟ ਕੇ ਇਸ ਕਰਕੇ ਕਰਾਂਗਾ ਗੁਰਦੀਪ ਜੀ ਕਿ ਜੋ ਤਜਰਬਾ ਹੈ ਸਾਡਾ, ਮੈਂ ਉਸ ਤਜਰਬੇ 'ਚੋਂ ਗੱਲ ਕਰਾਂਗਾ। ਅਸੀਂ ਆਪਣੇ ਏਰੀਏ 'ਚ ਜਿਹੜੀਆਂ ਛੋਟੀਆਂ ਲਾਈਨਾਂ 220 kV ਦੀਆਂ 2011 ਤੋਂ ਰੋਕ ਕੇ ਮੁਆਵਜ਼ਾ ਲੈਣਾ ਇਹਨਾਂ ਦਾ ਸ਼ੁਰੂ ਕਰਿਆ। ਆਹ ਲਾਈਨ ਰੁਕ ਗਈ, ਧਰਮਗੜ੍ਹ ਤੋਂ ਓਲੀਵਰ ਫੈਕਟਰੀ 'ਚ ਜਾਣੀ ਤੀ, ਉਹਦਾ ਮੁਆਵਜ਼ਾ ਮਿਲਿਆ 70,000 ਰੁਪਈਆ ਪ੍ਰਤੀ ਏਕੜ ਦੇ ਨੇੜੇ ਤੇੜੇ, ਜਿਹੜੀ ਇਸ ਤਰ੍ਹਾਂ ਦੀ ਲਾਈਨ ਲੰਘ ਰਹੀ ਹੈ। ਉਹ ਲਾਈਨ ਰੁਕੀ ਦੇ ਦੌਰਾਨ ਹੀ ਆ ਮੰਡੌਲੀ ਨੂੰ ਵੱਡੀ ਲਾਈਨ ਆ ਗਈ, ਜਿਹੜੀ ਪ੍ਰਾਈਵੇਟ ਕੰਪਨੀ ਨੇ ਗੱਡੀ ਹੈ। ਉਹ 38 ਟਾਵਰਾਂ ਦਾ 2 ਸਾਲ ਸੰਘਰਸ਼ ਚੱਲਿਆ, ਬੜੀ ਜੱਦੋ-ਜਹਿਦ ਸਾਰੇ ਸਾਥੀਆਂ ਨੂੰ ਜਿਹੜੇ ਮੂਹਰੇ ਹੋ ਕੇ ਅਗਵਾਈ ਕਰ ਰਹੇ ਤੇ ਉਹਨਾਂ ਨੂੰ ਕਰਨੀ ਪਈ। ਲੇਕਿਨ ਲਾਸਟ ਦੇ ਵਿੱਚ 38 ਟਾਵਰਾਂ ਦਾ ਸਮਝੌਤਾ 2,40,000 ਤੋਂ ਲੈ ਕੇ 3,80,000 ਰੁਪਇਆ ਪ੍ਰਤੀ ਟਾਵਰ ਮੁਆਵਜ਼ਾ ਸਾਡੇ ਏਰੀਏ 'ਚ ਮਿਲ ਚੁੱਕਿਆ। 2,40,000 ਤੋਂ ਲੈ ਕੇ 3,80,000 ਰੁਪਇਆ ਪ੍ਰਤੀ ਟਾਵਰ, 30,000 ਰੁਪਇਆ ਏਕੜ ਪ੍ਰਤੀ ਜਿੱਥੇ ਤਾਰਾਂ ਦੇ ਥੱਲੇ ਜ਼ਮੀਨ ਆਏਗੀ। ਉਸ ਦੇ ਦੌਰਾਨ 2 ਲਾਈਨਾਂ ਰੁਕੀਆਂ ਹੋਈਆਂ ਸੀਆਂ ਚੰਦੂਆਂ ਤੋਂ, ਉਹਨਾਂ ਦੇ ਸੰਬੰਧ ਵਿੱਚ ਸਰਜੀਤ ਗੜ੍ਹੀ ਦੇ ਖੇਤਾਂ 'ਚ ਵੀ 3 ਟਾਵਰ ਆਏ ਹੋਏ ਤੇ ਸਰਕਾਰਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਿਆ। ਪੰਜਾਬ ਸਰਕਾਰ ਦਾ ਇਹ ਜਵਾਬ ਆਇਆ, ਜਿਹੜੀ ਮੈਂ ਤੁਹਾਨੂੰ ਪਹਿਲਾਂ ਫੈਸਲਾ ਸੁਣਾਇਆ, ਇਹਦਾ ਵਰੁਣ ਰੂਜਮ ਨੇ ਲਿਖਤੀ ਚਿੱਠੀ ਕੱਢੀ ਹੋਈ ਹੈ। ਔਰ ਵਰੁਣ ਰੂਜਮ ਡੀਸੀ ਨਾਲ ਜਿਹੜੀ ਮੀਟਿੰਗ ਹੋਈ, ਡੀਸੀ ਸਾਹਿਬ ਇਹ ਕਹਿੰਦੇ ਤੇ ਵੀ 5 ਬੰਦੇ ਆ ਜਾਓ, 15 ਆ ਜਾਓ। ਅਸੀਂ ਕਿਹਾ ਨਾ 5 ਆਵਾਂਗੇ ਨਾ 15 ਆਵਾਂਗੇ, ਸਾਡੇ ਕੋਲ 260 ਬੰਦਾ ਹੈ, ਜਾਂ ਤਾਂ 260 ਬੰਦਿਆਂ 'ਚ ਆ ਜਾ,
ਨਹੀਂ ਉਹਨਾਂ ਨੂੰ ਬੈਠਣ ਦਾ ਇੰਤਜ਼ਾਮ ਕਰ ਲੈ। ਇਹ ਗੱਲ ਨਾ ਇੱਥੇ ਚੱਲ ਰਹੀ ਹੈ ਵੀ ਜਿਹੜੀਆਂ ਮੀਟਿੰਗਾਂ ਹੁੰਦੀਆਂ ਉਹ 5 ਜਾਂ 4 ਬੰਦਿਆਂ 'ਚ ਨਹੀਂ ਹੋਣੀਆਂ ਚਾਹੀਦੀਆਂ। ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਦਰੁਸਤ ਹੋਣਾ ਚਾਹੀਦਾ ਹੈ। ਗੈਸ ਪਾਈਪਲਾਈਨ ਦੇ ਸੰਬੰਧ ਵਿੱਚ 78 ਬੰਦਿਆਂ ਨਾਲ ਮੀਟਿੰਗ ਹੋਈ SDM AK ਜੈਨ ਦੀ। 25 ਪਿੰਡਾਂ ਦਾ ਇੱਕ ਸਾਰ ਸਮਝੌਤਾ ਹੋਇਆ। ਮੇਰਾ ਪਿੰਡ ਖੈਰਪੁਰ ਜੱਟਾ ਹੈ, ਸਾਡੀ ਜ਼ਮੀਨ ਰਾਜਪੁਰੇ ਦੇ ਨੇੜੇ ਹੈ, ਉਹ ਜ਼ਮੀਨ ਮਹਿੰਗੀ ਵੀ ਹੈ। ਤਾਂ ਮੇਹਮ ਵਾਲੇ ਸਾਥੀ ਮੈਨੂੰ ਕਹਿਣ ਲੱਗੇ, ਕੰਪਨੀ ਵਾਲੇ ਵੀ ਕਹਿੰਦੇ ਨੇ ਵੀ ਤੁਹਾਡੇ ਪਿੰਡ ਦੀ ਜ਼ਮੀਨ ਦੀ ਮਾਰਕੀਟ ਵੈਲਿਊ ਅਸੀਂ ਜ਼ਿਆਦਾ ਪਾ ਦਿੰਦੇ ਆ, ਜਿਹੜੇ ਬਾਕੀ ਪਿੰਡ ਆ ਇਹਨਾਂ ਦੀ ਥੋੜੀ ਜਿਹੀ ਘੱਟ ਪਾ ਲਾਂਗੇ। ਉਹ ਇੱਕ ਤਰੀਕਾ ਸੀ ਖਰੀਦਣ ਦਾ ਵੀ ਜਿਹੜੇ ਬੰਦੇ ਮੂਹਰੇ ਅਗਵਾਈ ਕਰ ਲਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਖਰੀਦ ਲਈਏ। ਮੇਹਮ ਵਾਲੇ ਕਹਿਣ ਲੱਗੇ ਇਹ ਸਮਝੌਤਾ ਠੀਕ ਹੈ ਵੀ ਜਿਹੜੀ ਆਪਣੇ ਪਿੰਡਾਂ ਨੂੰ ਵੱਧ ਮਾਰਕੀਟ ਵੈਲਿਊ ਦੇ ਰਹੇ ਨਾ, ਵੀ ਇਹ ਸਮਝੌਤਾ ਕਰ ਲੈ। ਜੇ ਆਪਾਂ ਉਹ ਸਮਝੌਤਾ ਕਰ ਲੈਂਦੇ ਫਿਰ ਮੈਂ ਇਸ ਮੀਟਿੰਗ 'ਚ ਨਹੀਂ ਸੀ ਬੋਲ ਸਕਦਾ। ਆਗੂਆਂ ਤੇ ਵੀ ਬੜਾ ਡਿਪੈਂਡ ਕਰਦਾ ਹੈ, ਜਿਹੜੀ ਅਗਵਾਈ ਹੈ ਜੇ ਉਹ ਸਾਫ਼ ਸੁਥਰੀ ਹੋਏ ਤਾਂ ਲੋਕ ਪਿੱਛੇ ਖੜਦੇ ਆ। ਇਹ ਸਮਾਂ ਦੱਸ ਰਿਹਾ ਹੈ। ਇਸ ਕਰਕੇ DC ਨਾਲ 260 ਬੰਦਿਆਂ ਦੀ ਮੀਟਿੰਗ ਹੋਈ। ਉਹਨਾਂ 260 ਬੰਦਿਆਂ ਨੇ ਸਾਰਿਆਂ ਨੇ ਲੜਨਾ ਤੇ ਬੋਲਣਾ ਸਿੱਖਿਆ। ਆਪਾਂ ਕਿਸੇ ਤੇ ਡਿਪੈਂਡ ਨਾ ਹੋਈਏ, ਠੀਕ ਹੈ ਸਾਡੀ ਅਗਵਾਈ ਲੀਡਰਸ਼ਿਪ ਕਰੇਗੀ, ਲੇਕਿਨ ਅਸੀਂ ਖੁਦ ਵੀ ਮਤਲਬ ਕੁਝ ਕਰਨਾ ਸਿੱਖੀਏ। ਇਸ ਕਰਕੇ ਮੇਰੀ ਤਾਂ ਸੁਝਾਅ ਇਹ ਹੈ ਵੀ ਜੋ ਵੀ ਫੈਸਲਾ SKM ਕਰੇਗਾ ਇਹ ਪੰਜਾਬ ਦਾ ਮਸਲਾ ਹੈ, ਠੀਕ ਹੈ। ਆਪਾਂ ਪਟਿਆਲੇ ਜ਼ਿਲ੍ਹੇ 'ਚ ਵੱਧ ਹਿੰਮਤ ਕਰਕੇ ਇਹਨੂੰ ਹਾਈਲਾਈਟ ਕਰੀਏ, ਲੇਕਿਨ ਇਸ ਨੂੰ SKM ਦੇ ਧਿਆਨ 'ਚ ਲਿਆਈਏ। ਜਿਸ ਤਰ੍ਹਾਂ ਉਹ ਮਤਲਬ ਫਾਈਨਲ ਹੋਏਗਾ ਅਸੀਂ ਆਪਣੇ ਵਿੱਤ ਅਨੁਸਾਰ ਉਹਨੂੰ ਲਾਗੂ ਕਰਾਂਗੇ। ਲੇਕਿਨ ਮੇਰੀ ਇਹ ਗੱਲ ਜੋੜ ਲਿਓ ਵੀ ਅਸੀਂ ਮਤਲਬ ਇਸ ਗੱਲ ਤੇ ਵੀ ਕਾਫੀ ਜ਼ਿਆਦਾ ਗੌਰ ਕਰੀਏ ਵੀ ਜਿਹੜਾ ਮੁਆਵਜ਼ਾ ਕਿਸਾਨ ਦੀ ਜਿਹੜੀ ਆਰਥਿਕਤਾ ਟੁੱਟੀ ਹੋਈ ਹੈ, ਜੇ ਉਹ ਕਿਸੇ ਢੰਗ ਨਾਲ ਬਹੁਤ ਵੱਧ ਜੇ, ਵੱਧਦਾ ਕਿਉਂ ਨਹੀਂ ਹੈ? ਉਹ ਇਸ ਕਰਕੇ ਨਹੀਂ ਮਾਨ ਸਿੰਘ ਜੀ ਵੱਧਦਾ। 1885 ਦਾ ਐਕਟ ਬਣਿਆ ਹੋਇਆ ਹੈ, ਰੈਗੂਲੇਟਰੀ ਐਕਟ 1885। ਦੇਸ਼ ਆਜ਼ਾਦ ਹੋਇਆ 1947 ਚ। ਸਾਡੇ ਵਾਸਤੇ 1885 ਦਾ ਐਕਟ ਹੈ ਜਿਹਦੇ ਤਹਿਤ ਖੰਭਾ ਕੱਢ ਹੋ ਰਿਹਾ ਹੈ। ਅੰਗਰੇਜ਼ ਉਹ ਟੈਲੀਫੋਨ ਦਾ ਖੰਭਾ ਲਾਂਦਾ ਸੀ ਉਹ ਰੈਗੂਲੇਟਰੀ ਐਕਟ 'ਚ। ਉਹ ਕਾਨੂੰਨ ਸਾਡੇ ਵਾਸਤੇ ਜਿਉਂਦੇ ਤਿਉਂ ਸਾਂਭੇ ਹੋਏ ਨੇ ਸਰਮਾਏਦਾਰ ਨੇ। ਸਾਡੀ ਨੁਮਾਇੰਦਗੀ ਨਹੀਂ ਹੁੰਦੀ ਨਾ ਵਿਧਾਨ ਸਭਾ 'ਚ ਨਾ ਪਾਰਲੀਮੈਂਟ 'ਚ, ਨੁਮਾਇੰਦਗੀ ਹੁੰਦੀ ਹੈ ਸਰਮਾਏਦਾਰੀ ਦੀ। ਉਸ ਦੇ ਖਿਲਾਫ ਲੜਨ ਵਾਸਤੇ ਬੜੇ ਦੇਰ ਤੋਂ 1991 ਤੋਂ ਲੜ ਰਹੇ ਹਾਂ। ਅੱਜ ਨਹੀਂ ਸ਼ੁਰੂ ਕਰਿਆ, 1991 ਤੋਂ ਇਸ ਪਾਲਿਸੀਆਂ ਦੇ ਖਿਲਾਫ ਲੜ ਰਹੇ ਹਾਂ ਜਿਨ੍ਹਾਂ ਨੇ ਦੇਸ਼ ਨੂੰ ਟੁਕੜੇ ਟੁਕੜੇ ਕਰਕੇ ਵੇਚ ਦਿੱਤਾ। ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਹੈ, ਦੁਬਾਰਾ ਬੋਲਣ ਵਾਸਤੇ ਤੁਸੀਂ ਮੈਨੂੰ ਮੌਕਾ ਦਿੱਤਾ ਹੈ, ਵੀ ਜਿਹੜਾ ਮੁਆਵਜ਼ੇ ਵਾਲਾ ਚੈਪਟਰ ਹੈ ਉਹਨੂੰ ਵੀ ਬਰਾਬਰ ਲੈ ਕੇ ਚੱਲੋ, ਉਹਤੇ ਵੀ ਗੌਰ ਕਰਨੀ ਬਹੁਤ ਅਤੀ ਜ਼ਰੂਰੀ ਹੈ, ਕਿਉਂਕਿ ਕਿਸਾਨ ਦੀ ਆਰਥਿਕਤਾ ਜਿਹੜੀ ਬਹੁਤ ਕਮਜ਼ੋਰ ਹੈ। ਇਹ ਮੇਰਾ ਵਿਚਾਰ ਹੈ। ਇਹ ਸਮਾਂ ਤੈਅ ਕਰੇਗਾ ਕਿ ਕਿਹੜੀ ਗੱਲ ਸੱਚ ਹੁੰਦੀ ਹੈ, ਕਿਹੜੀ ਝੂਠ ਹੁੰਦੀ ਹੈ। ਲੇਕਿਨ ਆਪਾਂ ਨੇ ਸਾਰਿਆਂ ਨੇ ਜੋ SKM ਫੈਸਲਾ ਦੇਗਾ ਉਸ ਨੂੰ ਆਪਾਂ ਨੇ ਸਾਰਿਆਂ ਨੇ ਸਿਰ ਮੱਥੇ ਪ੍ਰਵਾਨ ਕਰਨਾ। ਇੰਨੀਆਂ ਬੇਨਤੀਆਂ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਵੱਡੇ ਵੀਰਾਂ, ਬਜ਼ੁਰਗਾਂ, ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਦੱਸਦਾ ਕਿ ਲੋਕਰਾਣ ਚੈਨਲ ਤੇ ਲੋਕਰਾਣ ਅਖਬਾਰ ਤੋਂ ਹੈ। ਜਦੋਂ 3 ਖੇਤੀ ਕਾਨੂੰਨਾਂ ਦਾ ਸੰਘਰਸ਼ ਸ਼ੁਰੂ ਹੋਇਆ ਸੀਗਾ ਉਦੋਂ ਅਸੀਂ ਲੋਕਰਾਣ ਚੈਨਲ ਤੇ ਅਖਬਾਰ ਸ਼ੁਰੂ ਕੀਤਾ ਸੀਗਾ, ਔਰ ਕੁਛ ਹੀ ਦਿਨਾਂ ਦੇ ਵਿੱਚ ਇਸ ਸੰਘਰਸ਼ ਦੀ ਕਵਰੇਜ ਏਡੀ ਵੱਡੀ ਹੋਈ ਕਿ ਦੇਸ਼ਾਂ ਵਿਦੇਸ਼ਾਂ ਤੋਂ ਲਗਾਤਾਰ ਫੋਨ ਆਏ। ਸੰਘਰਸ਼ ਦੇ ਵਿੱਚ ਵੀ ਲੋਕ ਪਹੁੰਚੇ, ਸਾਡੀ ਕਵਰੇਜ ਦੀ ਵੀ ਦੇਖੀ, ਉਹਨਾਂ ਨੇ ਸਰਾਹਨਾ ਵੀ ਕੀਤੀ। ਬਹੁਤ ਸਾਰੇ ਵਿਦਵਾਨ ਜਿਹੜੇ ਆ ਇਸ ਸੰਘਰਸ਼ ਨਾਲ ਜੁੜੇ ਚੈਨਲ ਦੇ ਰਾਹੀਂ, ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਸੀਗੇ ਤੇ ਲੋਕਾਂ ਔਰ ਸਰਕਾਰ ਤੱਕ ਆਪਣੇ ਵਿਚਾਰ ਪਹੁੰਚਾਏ ਸੀਗੇ ਉਹਨਾਂ ਨੇ। ਅੱਜ ਦਾ ਜਿਹੜਾ ਮਸਲਾ ਆ, ਮੈਂ ਸਾਰੀਆਂ ਤਕਰੀਰਾਂ ਸੁਣ ਰਿਹਾ ਸੀਗਾ ਇੱਥੇ, ਇਹ ਮਸਲਾ ਕੋਈ ਅੱਜ ਦਾ ਨਹੀਂ ਹੈਗਾ ਕਿ ਅੱਜ ਤੁਹਾਡੇ ਕੋਲ ਟਾਵਰ ਲੱਗਣ ਆ ਗਏ, ਤਾਰਾਂ ਪੈਣ ਆ ਗਈਆਂ, ਕਦੇ ਪਾਈਪਾਂ ਪੈਣ ਆ ਗਈਆਂ, ਜਾਂ ਜ਼ਮੀਨ ਦੇ 3 ਕਾਨੂੰਨ ਆ ਗਏ। ਇੱਦਾਂ ਦਾ ਕੁਝ ਨਹੀਂ ਹੈਗਾ। ਇਹ ਲੰਮੇ ਸਮੇਂ ਤੋਂ ਜਿਹੜੇ ਕਾਰਪੋਰੇਟ ਘਰਾਣੇ ਨੇ, ਕਹਿ ਲਓ ਭਾਰਤ ਦੇ ਨਹੀਂ ਵਿਦੇਸ਼ਾਂ 'ਚ ਜਿਹੜੇ ਬੈਠੇ ਨੇ, ਉਹਨਾਂ ਦੀ ਗੱਲ ਕਰੀਏ, ਉੱਥੋਂ ਚੱਲਿਆ ਹੋਇਆ ਇੱਕ ਸਿਸਟਮ ਹੈ। ਚਾਹੇ ਉਹ ਈਸਟ ਇੰਡੀਆ ਕੰਪਨੀ ਸੀਗੀ ਤੇ ਚਾਹੇ ਅੱਜ ਕਾਰਪੋਰੇਟ ਨੇ ਇਹ। ਜੇ ਆਪਾਂ ਗੱਲ ਕਰੀਏ ਅਮਰੀਕਾ, USA ਵਰਗਿਆਂ ਦੀ, ਆ ਜਿਹੜਾ ਪਿਛਲਾ ਰਾਸ਼ਟਰਪਤੀ ਸੀ ਡੋਨਾਲਡ ਟਰੰਪ, ਇਹ ਕੋਈ ਪੋਲੀਟੀਸ਼ੀਅਨ ਥੋੜ੍ਹੀ ਸੀਗਾ, ਇਹ ਕੋਈ ਰਾਜਨੀਤੀਕਰਨ ਥੋੜ੍ਹੀ ਆਇਆ ਸੀਗਾ। ਇਹਨੇ ਤਾਂ ਇੱਕ ਵਪਾਰ ਕਰਨਾ ਸੀਗਾ। ਉਹ ਵਪਾਰ ਜਿਹੜਾ ਪੂਰੇ ਵਰਲਡ ਦੇ ਵਿੱਚ ਚੱਲੇ, ਉਹ ਵਪਾਰ ਜਿਹਦੇ ਵਿੱਚ ਇਹ ਸ਼ਾਮਲ ਹੋਣ, ਜਿਹਦਾ ਹਿੱਸਾ ਇਹ ਹੋਣ। ਇਹ ਕੀ ਚਾਹੁੰਦੇ ਨੇ ਲੋਕ? ਇਹ ਚਾਹੁੰਦੇ ਨੇ ਕਿ ਪਿੰਡਾਂ ਦੇ ਵਿੱਚੋਂ
ਗਰੀਬ ਹੋ ਕੇ ਲੋਕ ਸ਼ਹਿਰਾਂ ਵੱਲ ਮੂਵ ਕਰਨ, ਸ਼ਹਿਰਾਂ ਵਿੱਚ ਇਹਨਾਂ ਦੇ ਪ੍ਰੋਜੈਕਟ ਹੋਣ ਵੱਡੇ ਵੱਡੇ, ਜਿਹਦੇ ਵਿੱਚ ਇਹਨਾਂ ਨੂੰ ਪਿੰਡਾਂ ਵਾਲੀ ਲੇਬਰ ਸਸਤੇ ਭਾਅ 'ਚ ਮਿਲੇ। ਇਹ ਆਪਣੇ ਕਾਰਪੋਰੇਟ ਘਰਾਣੇ ਵੱਡੇ 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 ਹੋਰ ਵੱਡੇ ਕਰਨ, ਇੱਥੋਂ ਤੱਕ ਕਿ ਆ ਕਰੋਨਾ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ, ਇਹਨਾਂ ਦੇ ਤਹਿਤ ਇਹਨਾਂ ਦਾ ਪ੍ਰੋਜੈਕਟ ਇਹ ਹੈਗਾ ਕਿ ਵਰਲਡ ਦੇ ਵਿੱਚ ਇੰਨੇ ਕੁ ਲੋਕ ਰੱਖੇ ਜਾਣ ਜਿਹੜੇ ਸਿਰਫ ਕੰਮ ਕਰ ਸਕਣ, ਕੰਮ ਸਾਨੂੰ ਦੇ ਸਕਣ, ਬਾਕੀਆਂ ਨੂੰ ਉਹਨਾਂ ਦੀ ਲੋੜ ਨਹੀਂ, ਉਹ ਸਾਡੇ ਤੇ ਖਰਚਾ ਨੇ, ਅਸੀਂ ਉਹਨਾਂ ਨੂੰ ਖਤਮ ਕਰੀਏ, ਆਨੇ ਬਹਾਨੇ ਖਤਮ ਕਰੀਏ। ਇਹ ਪਾਲਿਸੀ ਹੈ ਕਾਰਪੋਰੇਟ ਘਰਾਣਿਆਂ ਦੀ। ਸਾਡਾ ਪਾਣੀ ਤੇ ਸਾਡਾ ਜ਼ਮੀਨ, ਦੋ ਪੰਜਾਬ ਦੇ ਵਿੱਚ ਦੋ ਚੀਜ਼ਾਂ ਨੇ, ਇੱਕ ਪਾਣੀ ਹੈ ਤੇ ਜ਼ਮੀਨ ਹੈ, ਤੀਜੀ ਚੀਜ਼ ਤੁਸੀਂ ਦੱਸ ਦਿਓ ਜੇ ਕਿਸੇ ਹੈ ਕਿਸੇ ਜਿਹਦੇ ਕਰਕੇ ਸਾਡਾ ਰੁਜ਼ਗਾਰ ਚੱਲ ਸਕੇ। ਪਾਣੀ ਸਾਡਾ ਸਪਤ ਸਿੰਧੂ 325 BC ਪਿੱਛੇ ਚਲੇ ਜਾਓ, 7 ਦਰਿਆਵਾਂ ਦਾ ਦੇਸ਼ ਹੁੰਦਾ ਸੀਗਾ। ਆ ਪਾਰਟੀਸ਼ਨ ਕਰਕੇ ਪਾਕਿਸਤਾਨ ਬਣਾਇਆ, ਪਾਣੀ ਖੋਇਆ, ਜ਼ਮੀਨ ਖੋਈ। ਹਿਮਾਚਲ ਬਣਾਇਆ, ਹਰਿਆਣਾ ਬਣਾਇਆ, ਜ਼ਮੀਨ ਖੋਈ, ਪਾਣੀ ਖੋਇਆ। SYL ਬਣਾਈ, ਹੋਰ ਨਹਿਰਾਂ ਬਣ ਰਹੀਆਂ ਨੇ। ਆ ਪੱਕੀ ਨਹਿਰ ਬੀਕਾਨੇਰ ਤੱਕ ਪੱਕੀ ਕਰਤੀ, ਸੇਮ ਨਾ ਧਰਤੀ ਥੱਲੇ ਚਲੀ ਜਾਵੇ। ਪਾਣੀ, ਜ਼ਮੀਨਾਂ, ਦੋ ਚੀਜ਼ਾਂ ਸਾਡੇ ਕੋਲ ਨੇ। ਕਿਸਾਨੀ ਤੇ ਨੌਜਵਾਨ ਪੀੜ੍ਹੀ, ਇਹ ਵੀ ਦੋ ਚੀਜ਼ਾਂ ਸਾਡੇ ਕੋਲ ਨੇ। ਕਿਸਾਨੀ ਨੂੰ ਤਬਾਹ ਕਰਨ ਵਾਸਤੇ ਜ਼ਮੀਨ ਤੇ ਪਾਣੀ ਖੋਈ ਜਾ ਰਿਹਾ, ਜਵਾਨੀ ਨੂੰ ਤਬਾਹ ਕਰਨ ਵਾਸਤੇ ਸਾਡੇ ਕਲਾਕਾਰ ਵਰਤੇ ਜਾ ਰਹੇ ਨੇ। ਨਸ਼ਾ ਜਿਹੜਾ ਆਪਾਂ ਕਹਿੰਦੇ 6ਵਾਂ ਦਰਿਆ ਸਾਡੇ ਵਹਿ ਰਿਹਾ, ਇਹ ਸਾਨੂੰ ਤਬਾਹ ਕਰਨ ਵਾਸਤੇ ਨੇ, ਸਾਡੀ ਐ ਕਹਿ ਲਓ ਕਿ ਸਾਡੀ ਪੀੜ੍ਹੀਆਂ ਖਤਮ ਕਰਨ ਵਾਸਤੇ ਨੇ। ਇਹ ਸਾਡਾ ਅੱਜ ਦਾ ਨਹੀਂ ਹੈਗਾ। ਦੂਜੀ ਗੱਲ, ਭਾਜਪਾ ਵਰਗੀਆਂ ਸਰਕਾਰਾਂ ਜਿਹੜੀਆਂ ਹਿੰਦੂ ਰਾਸ਼ਟਰਵਾਦੀ ਦਾ ਜਾਂ ਜਿੱਥੇ ਕਿਤੇ ਰੌਲਾ ਪੈਂਦਾ ਚਾਹੇ ਮੰਦਰਾਂ ਦਾ, ਉਹਨਾਂ ਦੇ ਨਾਂ ਤੇ ਸਰਕਾਰਾਂ ਬਣਾਉਣ ਤੱਕ ਸੀਮਤ ਹੈ। ਸਾਡੀ ਤਬਾਹੀ ਦੇ ਵਿੱਚ ਦੋ ਚੀਜ਼ਾਂ ਫੇਰ ਆਉਂਦੀਆਂ ਨੇ, ਇੱਕ ਕਾਰਪੋਰੇਟ ਘਰਾਣੇ, ਇੱਕ ਸਰਕਾਰ। ਦੋਨਾਂ ਦਾ ਗੱਠਜੋੜ ਆ, ਇੱਕ ਦੂਜੇ ਬਿਨਾਂ ਦੋਨੋਂ ਚੱਲਦੇ ਨਹੀਂ। ਨਾ ਸਰਕਾਰ ਬਣਦੀ ਹੈ ਕਾਰਪੋਰੇਟ ਘਰਾਣੇ ਬਿਨਾਂ, ਤੇ ਨਾ ਕਾਰਪੋਰੇਟ ਘਰਾਣੇ ਚੱਲਦੇ ਨੇ ਸਰਕਾਰ ਤੋਂ ਬਿਨਾਂ। ਇਹ ਚੀਜ਼ਾਂ ਸਮਝਣ ਦੀ ਲੋੜ ਆ। ਹੁਣ ਜੇ ਆਪਾਂ ਪਾਣੀਆਂ ਦੀ ਗੱਲ ਕਰੀਏ, ਪਾਣੀ ਵੀ ਸਾਡੇ ਤੇ ਖੋਲੇ, ਜ਼ਮੀਨਾਂ ਸਾਡੇ ਤੋਂ ਖੋਈਆਂ ਜਾ ਰਹੀਆਂ ਨੇ। ਹੁਣ ਅਸੀਂ ਕੀ ਕਰਾਂਗੇ? ਹੌਲੀ ਹੌਲੀ, ਜੇ ਬਾਬਾ ਵੀਰ ਨੇ ਗੱਲ ਕੀਤੀ ਸੀ ਵੀ ਕੋਈ ਬੰਦਾ ਕਹੇ ਕਿ ਮੈਂ ਆੜਤੀ ਦਾ ਕਰਜ਼ਾ ਲਾ ਦੇਣਾ ਜੀ, ਮੈਂ ਸੁਰਖਰੂ ਹੋ ਜਾਊਗਾ, ਲੱਖ ਰੁਪਏ ਕਿੰਨਾ ਕੁ ਚੱਲ ਜੂਗਾ? ਜੇ ਅੱਜ ਗੱਲ ਕਰੀਏ, ਕੋਈ ਕਹਿ ਵੀ ਦਿੰਦਾ ਵੀ ਮੇਰੀ ਮਜਬੂਰੀ ਹੈ ਜੀ, ਲੈ ਲੱਖ ਰੁਪਈਆ, ਕਿੰਨੀ ਦੇਰ ਚਲਾ ਲੇਗਾ? ਆ ਮਹਿੰਗਾਈ ਨੇ ਲੱਕ ਤੋੜ ਰੱਖਿਆ ਹੈ। ਕੱਲ ਨੂੰ ਤੂੰ ਅੱਜ ਇੱਕ ਹਿੱਸੇ ਦਾ, ਇਸ ਪੋਲ ਦਾ 1 ਲੱਖ ਰੁਪਇਆ ਲੈ ਲੇਗਾ, ਠੀਕ ਹੈ, 1 ਲੱਖ ਰੁਪਇਆ ਚੱਲ ਗਿਆ, ਖਤਮ ਹੋ ਗਿਆ, ਕੱਲ ਨੂੰ ਕਿੱਥੇ ਜ਼ਮੀਨ ਵੇਚੇਗਾ ਬਈ? ਉਹ ਤਾਂ ਵੇਚ ਵੀ ਨਹੀਂ ਸਕਦਾ। ਆ ਪਟਿਆਲੇ ਤੋਂ ਲੈ ਕੇ ਬਹਾਦਰਗੜ੍ਹ ਤੱਕ ਹਾਈ ਵੋਲਟੇਜ ਤਾਰ ਪਈ ਹੋਈ ਆ, ਸਾਰੇ ਉਸ ਤਾਰ ਦੇ ਥੱਲੇ ਪਟਿਆਲੇ, ਉਹ ਅਬਲੋਵਾਲ ਤੋਂ ਲੈ ਕੇ ਪਲਾਟ ਦਿਖਾ ਦਿਓ ਕਿਸੇ ਦਾ ਰੇਟ ਵਧਿਆ 40 ਸਾਲਾਂ 'ਚ। ਕਦੇ ਕਿਸੇ ਨੇ ਡਬਲ ਮੰਜ਼ਿਲ ਤਿਆਰ ਕਰੀ ਹੈ, ਕਿਤੇ ਜਾਣੇ ਅਣਜਾਣੇ, ਹਾਲਾਂਕਿ ਬਿਜਲੀ ਮਹਿਕਮਾ ਕਹਿੰਦਾ ਕਿ ਕਰੰਟ ਨਹੀਂ ਹੈਗਾ, ਲੇਕਿਨ ਕਿੰਨੇ ਹੀ ਹਾਦਸੇ ਹੋ ਗਏ, 6 ਤੋਂ 10 ਫੁੱਟ ਤੱਕ ਖਿੱਚ ਲੈਂਦੀ ਹੈ ਤਾਰ। ਕਿੰਨੇ ਹੀ ਬੰਦੇ ਮਰੇ ਨੇ, ਕਿੰਨੇ ਹੀ ਪਹਾਜ ਹੋਏ ਨੇ। ਆ ਸ਼ੇਖਪੁਰੇ ਪਿੱਛੇ ਜੇ ਸ਼ੇਖਪੁਰੇ ਦਾ ਮੁੰਡਾ ਵੈਲਡਿੰਗ ਦਾ ਕੰਮ ਕਰਦਾ, ਉਹ ਜਾਲ ਬੰਨ ਰਿਹਾ ਸੀ ਕੋਠੇ ਦੇ, ਹਾਲੇ ਕਿ ਪਹਿਲੀ ਛੱਤ ਪਾ ਰਹੇ ਸੀ, ਉਹ ਖਿੱਚ ਲਿਆ ਉੱਪਰ, ਮਾੜਾ ਮੋਟਾ ਸਰੀਆ ਉੱਠ ਗਿਆ ਕਿਤੇ, ਉਹ ਸਿੱਧਾ ਹੀ ਖਿੱਚ ਲਿਆ ਤਾਰ ਨੇ, ਉਹਦੀ ਪੂਰੀ ਬਾਂਹ ਸੜ ਗਈ ਆ। ਅੱਜ ਵੀਰ ਕਹਿੰਦਾ ਸੀ ਕੋਠਾ 'ਚ ਬੱਚਾ, ਉੱਥੇ ਕੁਛ ਨਹੀਂ ਛੱਤਣ ਦਿੰਦੇ, ਵਿਕਦੀ ਉਹ ਨਹੀਂ। 40,000 ਕੀ, ਮੈਂ ਕਹਿੰਦਾ 10,000 'ਚ ਲੈ ਕੇ ਕੋਈ ਰਾਜੀ ਕਹਿੰਦਾ ਮੈਂ ਕਰੂੰਗਾ ਕੀ ਇਸ ਚੀਜ਼ ਦਾ। ਤੋ ਇਹ ਚੀਜ਼ਾਂ ਜਿਹੜੀਆਂ ਸਾਡੇ ਤੋਂ ਖੋਈਆਂ ਗਈਆਂ ਨੇ, ਅਸੀਂ ਅੱਜ ਦਾ ਮਸਲਾ ਤਾਂ ਵਿਚਾਰ ਰਹੇ ਹਾਂ। ਦੂਜਾ, ਭਾਜਪਾ ਦੀ ਨੀਤੀ ਇਹੀ ਹੁੰਦੀ ਹੈ, ਸਾਮ, ਦਾਮ, ਦੰਡ ਤੇ ਭੇਦ, 4 ਚੀਜ਼ਾਂ ਦੇ ਉੱਤੇ ਇਹ ਰਾਜ ਕਰਦੇ ਨੇ। ਸਾਮ ਸਰਨ ਵਿੱਚ ਲੈ ਆਉਂਦੇ ਨੇ, ਕਿਸੇ ਤਰੀਕੇ ਨਾਲ ਜੱਫੀ ਪਾ ਲੈਂਦੇ ਨੇ, ਨੇੜੇ ਬਿਠਾ ਲੈਂਦੇ ਨੇ, ਫੋਟੋਆਂ ਖਿਚਾ ਲੈਂਦੇ ਨੇ, ਲਾਲ ਚੱਗੇ ਦੇ ਦਿੰਦੇ ਨੇ ਵੀ ਕਰ ਲਾਂਗੇ ਯਾਰ ਇੱਦਾਂ। ਦਾਮ ਖਰੀਦ ਲੈਂਦੇ ਨੇ, ਬਾਈ ਨੇ ਕਿਹਾ ਲੱਖ ਰੁਪਇਆ ਦੇ ਦੇਣਗੇ, 2 ਲੱਖ ਦੇ ਦੇਣਗੇ, 4 ਦੇ ਦੇਣਗੇ। ਦੰਡ, ਪਰਚੇ ਪਾ ਦਾਂਗੇ, ਐਂ ਕਰ ਦਾਂਗੇ, ਜੇਲ੍ਹਾਂ 'ਚ ਭੇਜ ਦਾਂਗੇ। ਫਿਰ ਭੇਦ, ਆ ਭੇਦ ਪਾਏ ਹੋਏ ਨੇ। ਮੈਂ ਇੱਕ ਗੱਲ ਕਰ ਦਾਂਗੇ, ਜਥੇਬੰਦੀਆਂ ਦੇ ਵਿੱਚ ਭੇਦ ਕੋਈ ਨਹੀਂ ਹੈਗਾ ਮੇਰੇ ਖਿਆਲ ਨਾਲ, ਮੇਰਾ ਨਿੱਜੀ ਵਿਚਾਰ ਹੋ ਸਕਦਾ। ਕਾਰਨ ਇਹ ਹੈ ਕਿ ਫੌਜ ਦੇ ਵਿੱਚ ਕੋਈ ਲੱਠ ਨਾਲ ਲੜ ਰਿਹਾ, ਕੋਈ ਤੋਪ ਨਾਲ ਲੜ ਰਿਹਾ, ਕੋਈ ਘੋੜੇ ਤੇ ਸਵਾਰ ਹੈ, ਕੋਈ ਹਾਥੀ ਤੇ ਸਵਾਰ ਹੈ, ਕੋਈ ਟੈਂਕ ਤੇ ਸਵਾਰ ਹੈ, ਕੋਈ ਪੈਦਲ ਹੈ, ਲੇਕਿਨ ਏਮ ਤਾਂ ਉਹਨਾਂ ਦਾ ਇੱਕ ਹੈ ਕਿ ਅਸੀਂ ਜਿੱਤਣਾ ਯਾਰ, ਉਹਨੂੰ ਹਰਾਉਣਾ ਹੈ। ਜੇ ਕੋਈ ਟੈਂਕ ਤੇ ਚੜਿਆ ਹੋਇਆ, ਆਪਾਂ ਤਾਂ ਨਹੀਂ ਕਹਿ ਸਕਦੇ ਵੀ ਇਹਦੀ ਨੀਤੀ ਗਲਤ ਹੈ ਯਾਰ, ਉਹ ਟੈਂਕ ਦੀ ਵੀ ਲੋੜ ਹੈਗੀ ਹੈ ਭਾਈ। ਜੇ ਪੈਦਲ ਆ ਰਿਹਾ ਕੋਈ ਤਾਂ ਉਹਨੂੰ ਐ ਤਾਂ ਨਹੀਂ ਕਹਿ ਸਕਦੇ ਵੀ ਪੈਦਲ ਆ ਰਿਹਾ ਸਾਲਾ, ਇਹਨੂੰ ਇਹ ਕੀ ਕਰੂਗਾ? ਨਹੀਂ, ਉਹਦੀ ਵੀ ਲੋੜ ਹੈ, ਲਾਠੀ ਵਾਲੇ ਦੀ ਵੀ ਲੋੜ ਹੈ, ਬੰਦੂਕ ਵਾਲੇ ਦੀ ਵੀ ਲੋੜ ਹੈ, ਸਾਰਿਆਂ ਦੀ ਲੋੜ ਹੈ। ਬਸ ਭੇਦ ਪਾਤਾ,
ਤੁਹਾਨੂੰ ਵੰਡਤਾ ਵੀ ਆਹ ਜਥੇਬੰਦੀ ਤਾਂ ਐ ਚਾਹੁੰਦੀ ਹੈ, ਆਹ ਜਥੇਬੰਦੀ, ਉਹ ਏਮ ਦੇਖੋ ਵੀ ਏਮ ਵੱਖਰਾ ਤਾਂ ਨਹੀਂ, ਨੀਤੀਆਂ ਤਾਂ ਵੱਖਰੀਆਂ। ਘਰਾਂ 'ਚ ਕਿਹੜਾ ਨੀਤੀਆਂ ਵੱਖਰੀਆਂ ਨਹੀਂ ਹੁੰਦੀਆਂ। ਵੱਡਾ ਭਰਾ ਕਿਸੇ ਹੋਰ ਸੋਚ ਦਾ ਮਾਲਕ ਹੁੰਦਾ ਹੈ, ਪਿਓ ਕਿਸੇ ਹੋਰ ਸੋਚ ਦਾ ਮਾਲਕ ਹੁੰਦਾ ਹੈ, ਛੋਟਾ ਭਾਈ ਕਿਸੇ ਹੋਰ ਸੋਚ ਦਾ ਮਾਲਕ ਹੁੰਦਾ, ਲੇਕਿਨ ਜਦ ਉਹਨਾਂ ਦੇ ਪਰਿਵਾਰ ਤੇ ਬਣਦੀ ਉਹ ਇਕੱਠੇ ਹੁੰਦੇ ਕਿ ਨਹੀਂ ਹੁੰਦੇ। ਮੇਰੇ ਖਿਆਲ ਹੈ ਜਥੇਬੰਦੀਆਂ ਨੂੰ ਵੀ ਇਹ ਗੱਲ ਫੈਲਾਉਣੀ ਚਾਹੀਦੀ ਹੈ ਕਿ ਸਾਡੀ ਨੀਤੀ, ਸਾਡਾ ਸੰਵਿਧਾਨ ਵੱਖਰਾ ਹੋ ਸਕਦਾ ਪਰ ਸਾਡਾ ਏਮ ਵੱਖਰਾ ਨਹੀਂ ਹੈਗਾ। ਅਸੀਂ ਕਿਸਾਨਾਂ ਲਈ ਬਣੇ ਆ, ਕਿਸਾਨ ਦੇ ਨਾਂ ਤੇ ਜਥੇਬੰਦੀਆਂ ਨੇ, ਕਿਸਾਨੀ ਲਈ ਲੜ ਰਹੇ ਆ, ਕਿਸਾਨੀ ਹੱਕਾਂ ਲਈ ਲੜ ਰਹੇ ਆ, ਪੰਜਾਬ ਲਈ ਲੜ ਰਹੇ ਆ, ਫਿਰ ਵੱਖ ਕਿਵੇਂ ਹੋ ਗਏ। ਸੋ ਮੇਰਾ ਮਤਲਬ ਕਹਿਣ ਦਾ ਭਾਵ ਹੈ ਇਹਨਾਂ ਦੀਆਂ ਚਾਲਾਂ ਤੋਂ ਬਚੋ। ਆ ਜਿਹੜਾ ਫੈਸਲਾ ਲੈਣਾ ਇੱਕ ਟੁੱਕ ਫੈਸਲਾ ਹੈ ਕਿ ਅਸੀਂ ਨਹੀਂ ਜੀ ਲੱਗਣ ਦਿੰਦੇ, ਗੱਲ ਖਤਮ ਆ, ਨਹੀਂ ਲੱਗਣ ਦਿੰਦੇ, ਪਰਚੇ ਭਾਣੇ ਪਾ ਲਓ, ਕਿੰਨਿਆਂ ਤੇ ਪਾ ਲੈਣਗੇ, ਕਿੰਨਿਆਂ ਨੂੰ ਜੇਲ੍ਹ ਭੇਜ ਦੇਣਗੇ। ਠੀਕ ਹੈ, ਮੁਆਵਜ਼ਾ ਛੋਟੀ ਮੋਟੀ ਰਕਮ ਦੇ ਕੇ ਤੁਹਾਨੂੰ ਚੁੱਪ ਕਰਾਉਣ ਤੱਕ ਦਾ। ਮੈਂ ਕਹਿੰਦਾ ਫਿਰ ਮੇਰਾ ਖਿਆਲ ਹੈ ਕਿ ਜੇ ਸਿਰਫ ਤੇ ਸਿਰਫ ਇੱਕ ਫੈਸਲਾ ਅਸੀਂ ਨਹੀਂ ਲੱਗਣ ਦਿੰਦੇ, ਇੱਥੋਂ ਤਾਰ ਨਹੀਂ ਲੰਘਣ ਦਿੰਦੇ, ਬਸ ਗੱਲ ਖਤਮ ਆ। ਗੋਬਿੰਦਪੁਰਾ ਜਦ 880 ਏਕੜ ਦਾ ਮਸਲਾ ਸੀਗਾ ਕਈ ਸਾਲ ਪਹਿਲਾਂ ਥਰਮਲ ਪਲਾਂਟ ਦਾ, ਤੁਸੀਂ ਹੋਰ ਦੇਖੋ ਆ ਟਾਵਰ, ਆ ਤਾਰਾਂ, ਆ ਪਾਈਪਾਂ, ਇਹ ਲੋਕਾਂ ਦੀਆਂ ਜ਼ਮੀਨਾਂ 'ਚੋਂ ਕਿਉਂ ਲੰਘਦੀਆਂ ਨੇ? ਜਿੱਥੇ ਇਹਨਾਂ ਦੇ ਵੱਡੀਆਂ ਫੈਕਟਰੀਆਂ ਨੇ, ਕਦੇ ਦੇਖਿਓ ਉਹਨਾਂ ਦੇ ਟਾਵਰ ਲੱਗੇ ਹੋਏ, ਉਹਨਾਂ ਦੇ ਉੱਪਰੋਂ ਤਾਰਾਂ ਨਿਕਲਦੀਆਂ ਦੇਖੀਆਂ ਕਦੇ? ਇਹਨਾਂ ਦੇ ਘਰਾਂ ਜਿੱਥੇ ਕੋਠੀਆਂ ਨੇ ਉਹਦੇ ਨੇੜੇ ਤੇੜੇ ਕੋਈ ਟਾਵਰ ਦਿਖਦਾ ਤੁਹਾਨੂੰ? ਕਿਰਾਏ ਦੀਆਂ ਜ਼ਮੀਨਾਂ ਲੈ ਕੇ, ਕਿਰਾਏ ਦੀਆਂ ਇਮਾਰਤਾਂ ਲੈ ਕੇ ਉਹਨਾਂ ਦੇ ਟਾਵਰ ਲਾਉਂਦੇ ਨੇ। ਉਹ ਮਰਦਾ ਕੋਈ ਮਰੇ, ਬਗਾਨੇ ਪੁੱਤ ਨੇ ਮਰ ਜਾਣ, ਬਗਾਨੇ ਧੀਆਂ ਪੁੱਤ ਨੇ ਉਹ ਕੰਮ ਕਰਦੇ ਨੇ, ਉਹ ਮਰਦੇ ਉਹਨਾਂ ਨੂੰ ਕੈਂਸਰ ਹੁੰਦਾ ਹੋ ਲਵੇ, ਸਾਨੂੰ ਕੀ ਆ। ਇਹਨਾਂ ਨੇ ਪਾਣੀ ਵੀ ਵੇਚਣਾ ਹੈ। ਆ 20 ਰੁਪਏ ਬੋਤਲ ਵਿਕਦੀ ਆ ਪੰਜਾਬ ਦੇ ਵਿੱਚ, ਆਉਣ ਵਾਲੇ ਸਮੇਂ 'ਚ ਵੇਚਣੀ ਆ, ਇੱਥੇ ਹੀ ਵਿਕੂਗੀ ਜੇ ਤੁਸੀਂ ਇਕੱਠੇ ਨਾ ਹੋਏ, ਜੇ ਰੌਲਾ ਨਾ ਪਾਇਆ। ਜੇ ਇਦਾਂ ਹੀ ਮੁਆਵਜ਼ੇ ਦੇ ਉੱਤੇ ਡੁੱਲਦੇ ਰਹੇ ਕਿ ਸਾਡਾ ਇੱਕ ਸੁਰਖਰੂ ਹੋ ਜਾਏਗਾ, ਇੱਕ ਅੱਜ ਇੱਕ ਆੜਤੀ ਦਾ ਉੱਤਰ ਜੂਗਾ, ਠੀਕ ਹੈ, ਕੱਲ ਨੂੰ ਦੂਜੇ ਦਾ ਚੱਕਣਾ ਪੈ ਜੂਗਾ। ਛੋਟੇ ਕਿਸਾਨ ਨੇ ਜਿਹੜੇ ਘੱਟ ਜ਼ਮੀਨਾਂ ਵਾਲੇ ਨੇ, ਉਹ ਤਾਂ ਅੱਜ ਵੀ ਖੁਦਕੁਸ਼ੀਆਂ ਕਰ ਰਹੇ ਨੇ। ਅੱਜ ਦਾ ਅਖਬਾਰ ਪੜ੍ਹ ਲਓ, 3 ਤਾਂ ਅੱਜ ਜਿਹੜੇ ਰਿਕਾਰਡ 'ਚ ਨੇ 3 ਨੇ। ਉਹ ਕੀ ਕਰ ਲੂਗਾ? ਜ਼ਮੀਨ ਤਾਂ ਘਟੂਗੀ ਹੋਈ, ਜੇ ਤਾਰ ਚੱਲ ਗਈ ਜ਼ਮੀਨ ਘਟ ਗਈ, ਉਹ ਫਿਰ ਕਿੱਥੋਂ ਲਿਆਉਂਗੇ? ਫਿਰ ਕਿੱਥੇ ਤੋਂ ਮੁਆਵਜ਼ਾ ਲਓਗੇ? ਉਹ ਉਹਨਾਂ ਨੇ ਖਰੀਦਣੀ ਹੈ, ਘੱਟ ਮੁੱਲ 'ਚ ਖਰੀਦ ਕੇ ਤੁਹਾਨੂੰ ਵਿਹਲਾ ਕਰ ਦੇਣਾ। ਤੁਸੀਂ ਕੀ ਕਰੋਗੇ? ਸ਼ਹਿਰਾਂ ਨੂੰ ਵੀ ਚੱਲੀਏ ਯਾਰ ਮਜ਼ਦੂਰੀ ਕਰੀਏ। ਸੋ ਬੇਨਤੀ ਇਹੀ ਆ ਕਿ ਚਾਲਾਂ 'ਚ ਨਾ ਹੋ, ਇੱਕ ਟੁੱਕ ਫੈਸਲਾ ਹੈ ਉਹ ਲੈ ਕੇ ਪਰੇ ਹੋ ਕਿ ਅਸੀਂ ਨਹੀਂ ਲੰਘਣ ਦਿੰਦੇ। ਜਦੋਂ ਹੋਊਗਾ ਜੋ ਹੋਊਗਾ ਸੰਘਰਸ਼ ਦੇਖੀ ਜਾਊ। ਜਥੇਬੰਦੀਆਂ ਫੈਸਲਾ ਲੈਂਦੀਆਂ ਨੇ, ਇੱਕੋ ਹੀ ਫੈਸਲਾ ਲੈਣਗੀਆਂ। ਜਦੋਂ ਲੋਕ ਨਾਲ ਨੇ ਉਹ ਕਿਹੜਾ ਵੱਖ ਫੈਸਲਾ ਲੈ ਲੈਣਗੀਆਂ? ਜਦੋਂ ਤੁਸੀਂ ਸਾਰੇ ਨਾਲ ਹੋਵੋਗੇ, ਇਕੱਠੇ ਹੋਵੋਗੇ, ਜਿਹੜੇ ਇਲਾਕੇ ਦੀ ਚੀਜ਼ ਹੈ, ਜਿਹੜੇ ਇਲਾਕੇ ਦੀ ਗੱਲ ਹੈ, ਜਿਹੜੇ ਇਲਾਕੇ ਦੀ ਜ਼ਮੀਨ ਹੈ, ਜਿਹਦਾ ਹੱਕ ਹੈ, ਜਦੋਂ ਉਹ ਨਹੀਂ ਚਾਹੁੰਦਾ, ਜਥੇਬੰਦੀਆਂ ਕਿਵੇਂ ਉਹਦੇ ਵਿਰੁੱਧ ਚਲੀ ਜਾਣਗੀਆਂ? ਫਿਰ ਲੋੜ ਤਾਂ ਇੱਕ ਹੈ, ਏਕਾ ਕਰੋ, ਲੜੋ, ਸੰਘਰਸ਼ ਕਰੋ। ਪੰਜਾਬ ਦੇ ਲੋਕਾਂ ਨੂੰ ਤਾਂ ਕਹਿੰਦੇ ਜੰਮਿਆਂ ਨੂੰ ਤਾਂ ਨਿੱਤ ਮੁਹਿੰਮਾਂ ਨੇ, ਉਦੋਂ ਤੋਂ ਲੈ ਕੇ ਹੁਣ ਤੱਕ। ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਆ ਦੇਖੋ ਜੀ, ਹੁਣ ਤੱਕ ਚੱਲਦਾ ਹੀ ਆ ਰਿਹਾ। ਇੱਕ ਸ਼ਾਇਰ ਨੇ ਲਿਖਿਆ, ਕਹਿੰਦਾ ਅੱਗ ਅੰਨੀ ਹੈ, ਪਾਗਲ ਹੈ, ਮੂੰਹ ਜ਼ੋਰ ਹੈ। ਅੱਗ ਧੱਕੇ ਨੂੰ ਗਿਆ, ਅੱਗ ਅੰਨੀ ਹੈ, ਪਾਗਲ ਹੈ, ਮੂੰਹ ਜ਼ੋਰ ਹੈ, ਇਹ ਨਾ ਸੋਚੀ ਕਿ ਸੜਦਾ ਕੋਈ ਹੋਰ ਹੈ। ਲਾਂਬੂ ਇੱਧਰ ਦੀ ਨਿਕਲੇ ਜਦੋਂ ਟਹਿਲਦੇ ਖੋੜੇ, ਕਿਹੜੇ ਬਰੂਹਾਂ ਤੇ ਰੁਕ ਜਾਣਗੇ। ਕਹਿੰਦਾ ਕੋਈ ਪਤਾ ਨਹੀਂ, ਜਦੋਂ ਲਾਂਬੂ ਨਿਕਲਣਗੇ ਪਤਾ ਨਹੀਂ ਕਿਹੜੀ ਦਹਿਲੀਜ਼ ਤੇ ਰੁਕ ਜਾਣਗੇ, ਕਿਹਦਾ ਘਰ ਸਾੜ ਦੇਣਗੇ। ਇਹ ਨਾ ਸੋਚੋ ਕਿ ਅੱਜ 10 ਬੰਦੇ 20 ਬੰਦੇ ਬੈਠੇ ਨੇ, ਇਹਨਾਂ ਦਾ ਮਸਲਾ ਹੈ, ਇਹਨਾਂ ਦੀ ਜ਼ਮੀਨਾਂ ਦਾ ਮਸਲਾ ਹੈ, ਕੋਈ ਪਤਾ ਨਹੀਂ ਕੱਲ ਨੂੰ ਕੀ ਪਤਾ ਕਿੱਧਰ ਨੂੰ ਕੀ ਕੱਢ ਦੇਣ। ਸਰਕਾਰ ਹੈ, ਸਰਕਾਰ ਦੇ ਹੱਥ ਵੱਸ ਹੈ ਸਾਰਾ ਕੁਝ, ਕਿਤੋਂ ਵੀ ਕੁਝ ਕਰ ਸਕਦੇ ਹੈ। ਸੋ ਲੋੜ ਹੈ ਇਕੱਠੇ ਹੋ ਕੇ ਲੜੋ, ਸੰਘਰਸ਼ ਕਰੋ। ਜਿੱਤ ਸੰਘਰਸ਼ਾਂ ਦਾ ਹੀ ਹੁੰਦੀ ਹੈ, ਬਾਕੀ ਤਾਂ ਚਾਪਲੂਸ ਨੇ, ਸੱਤਾ ਦੇ ਭੁੱਖੇ ਨੇ, ਜਿੱਥੇ ਇਕੱਠ ਹੋਇਆ ਉੱਧਰ ਨੂੰ ਝੁਕੇ ਜਾਂਦੇ ਨੇ। ਜਿਸ ਤਰ੍ਹਾਂ ਉਰੇ ਸਾਥੀ ਦੱਸ ਕੇ ਗਿਆ, ਮੇਰੇ ਪਿੰਡ ਦਾ ਲੋਚਮੰਗਾ ਮੇਰਾ ਭਾਈਓ ਹੈ, ਵੀ ਰਾਤ ਰਾਤ ਟੋਏ ਪੱਟਦੇ ਬਹੁਤ ਬੜੇ ਬੜੇ। ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਉਰੇ ਇਲਾਕੇ ਦੇ ਵਿੱਚ। ਪਹਿਲਾਂ ਉਰੇ ਨੂੰ ਇੱਕ ਗੈਸ ਪਾਈਪਲਾਈਨ ਲੰਘੀ ਹੈ, ਜਦ ਵੀ ਕਿਸਾਨਾਂ ਕੇ ਕਿਸੇ ਨੂੰ ਨਹੀਂ ਪੁੱਛਿਆ ਹੈਗਾ, ਠੱਡੀਆਂ ਕੱਢ ਗਏ। ਜਦ ਉਰੇ ਕੁੱਥਾ ਖੜੀ ਅਸੀਂ ਗੁਰਦੁਆਰੇ 'ਚ ਇਕੱਠ ਕਰਕੇ ਆਪਣਾ ਕਮੇਟੀ ਬਣਾ ਕੇ ਲੜਾਈ ਲੜੀ ਹੈ। ਹਰਿੰਦਰ ਸਿੰਘ ਇਲਾਕੇ ਨੂੰ ਅਸੀਂ ਆਪਣੇ ਇਲਾਕੇ ਦਾ ਪੂਰੇ ਦੇ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਤਾ ਉਸ ਕਮੇਟੀ 'ਚ। ਉਸਕੇ ਵਿੱਚ ਸਾਡੀਆਂ 70 ਮੀਟਿੰਗਾਂ ਹੋਈਆਂ, 70 20 ਮਹੀਨੇ ਸੰਘਰਸ਼ ਚੱਲਿਆ। ਅਸੀਂ ਮੁਆਵਜ਼ਾ ਵੀ ਬਹੁਤ ਵਧੀਆ ਦਵਾ ਗਏ ਤੇ, ਮੁਆਵਜ਼ਾ ਵੀ ਅਸੀਂ ਚੰਗਾ ਦਵਾ ਗਏ ਤੇ। ਉਸਕੇ ਵਿੱਚ ਕਿਆ ਹੋਇਆ, ਲਾਈਨ ਦੇ ਵਿੱਚ ਚੱਲਦੀ, ਲਾਈਨ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਹਿ ਰਹੀਏ ਵੀ ਲਾਈਨ ਰੋਕ ਕੇ ਹੀ ਰੱਖੋ। ਜੇ 40 ਲੱਖ ਦਾ ਰੇਟ ਚੱਲਿਆ ਗਿਆ
40 ਲੱਖ ਰੁਪਇਆ ਪ੍ਰਤੀ ਏਕੜ ਮਤਲਬ 10ਵਾਂ ਹਿੱਸਾ ਦੇਣਾ ਤਾਂ ਉਹਨਾਂ ਨੇ। ਕਈ ਬੰਦੇ ਸਾਨੂੰ ਇਹ ਕਹਿਣ ਲੱਗੇ ਵੀ ਦੇਖਿਓ ਇਹ ਲਾਈਨ ਕਿਧਰੀ ਚੱਲੀ ਨਾ ਜਾਏ, ਜੇ ਲਾਈਨ ਰੋਕੀ ਵੀ ਦੀ ਗੈਸ ਪਾਈਪਲਾਈਨ ਕਿਧਰੀ ਹੋਰ ਨਾ ਲਾਈਨ ਚਲੀ ਜਾਏ। ਕੋਈ ਬੰਦਾ ਕਹਾ मैं तो कोठी की न्यूआं भर लिया, कोई कहा मेरी तो गुड्डी का ब्याह, ये लाइन ना हुण चली जाए। सानू ये भी डर दुआ लगन लग गया भी हुण ये लाइन किधरी होर भी ना चली जाए। अच्छा इस गल का भी ध्यान रखना। अच्छा उसके बाद फिर अपना जो एक धर्मगढ़ से लंघी है लाइन बिजली के टावरां वाली, इन्हों कोई देखो इन्हों कोई बिजली वालों कोई रोकने वाला ही है नहीं था। मैं इन्हों हरिंदर सिंह लाखे पहला मेरे पिंड के खेत के विचों गड़िया टावर, मैं इन्हों कराया फोन। असी पहला भी देखी जाए तो आते जाते भी देखो कितना कणक मंद रहे हैं, बिजली वाले प्रभाव में किसी कर रहे हैं। ये मैनू मैं कहा भी रोक लिया, ये कहा भी रोक ले। असी गए 2-4 बंदे हैं तो बाई खेत वाला उरी बैठा, ये भी नाल था। असी टावर रोक लिया, लैन 11 महीने संघर्ष चलिया। 11 महीने संघर्ष चल गया, मेरे खेत च टावर है नहीं था, ना गैस पाइपलाइन लगी। जिन्ने भी मीटिंगां होईयां मेरी 100% मीटिंगां के विच हाज़री है। जे आपां इस तरह आवेंगे फिर तां इस लाइन नूं रोक लेंगे। जे आपां जिन्ने अज आ गए ये उन्होंने अपनी कमजोरी का पता, अज 100 आए तो कल नूं 50 रह जाएंगे, फिर 25 रह जाएंगे। अच्छा एक लाइन इधर चंदुआ की जिस तरह साथी हरिंदर दस्या गया, चंदुआ से गई है, अपना देवीगढ़ लालड़ू गई है, वह भी इस तरह लंबे लंबे संघर्षों की गल असी बहुत मतलब काफ़ी टाइम रोक के तां मुआवजा उत्थे मिलिया था। अपना इधर तो फिर जी हुण ये लाइन आ रही है ये भी इस तरह होएगा। जे आप इसनूं सारे मतलब रल के करेंगे तो ही थोड़ी जी अपने विच कमी है, एक आपां नूं नोट करनी चाहिए है। अज 9 बजे का टाइम है अपना उरा आने का था, पर आप घंटा 1.5 घंटा लेट आए हैं। आपां नूं कोई टावर वाला मारेगा फोन भी आ जाओ, आ गए बिजली वाले, आपां तो दोपहरे नहीं पहुँचेंगे, सवेरे बैठे उत्थे क्या करेगा। ये भी इन्होंने समझाना लगे भी क्या करना। आपां नूं ये अपनी कमी दूर करनी चाहिए है। आपां दुगना इकट्ठ करो, अज 100 है तो कल 200 करो, तो ही प्रशासन डरेगा। मेरी बेनती ये है भी जेडे टावरां वाले हैं कमेटी तो इन्हां की बनाए, प्रधान सैकटरी जेडे इन्हां के अपने हुए गलबात करने च मूहरे ये हुए। जे संघर्ष होएगा फिर मूहरे जथेबंदियां होएगियां, क्योंकि इकल्ले तो वो नहीं हैंगे, जथेबंद नहीं हैंगे बंदे, उत्थे जथेबंदियां मूहरे होएगियां, पर्चे भी हुए जो मर्जी हुए। असी मतलब इन्हों भी इन्हों कोई कंटैक्ट जिसके खेत के विच टावर आ गया उसने किसके नाल कंटैक्ट करना, किस तरह इकट्ठ होएगा। और इन्हों भी बहुता घबराना नहीं चाहिए, एकदम नहीं हो सारा कुछ कर देंगे, इतना तारा नहीं पैंदियां, इतने तक अपने कब्जे के विच आओ। राम दे रेचकी के विच 2-4 इकट्ठ होए भी इलाके के विच लाइन रुक जाएगी। बाकी जिहड़ी गल बार बार आ रही है भी आप मुआवजा मंगेंगे एक लाइन रोकेंगे, जे देखो जी SKM के ध्यान के विच है सारा कुछ, फिर आप उसके मुताबिक चलना पवेगा। SKM जो फैसला करेगा आप उसके ऊपर फुल चढ़ाओ। मैं अपनी जथेबंदी कन्ने CITU कन्ने पहला भी असी गैस पाइपलाइन च लाइनां च बथेरा साथियों के नाल घूमते रहे हैं। हुण भी तुहानूं विश्वास दवावां भी जिथे भी जिन्ना भी साडे कोल ताकत है जोर नाल असी किसानां दे नाल खड़ांगे।